ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਆਦਤ ਹੈ ਕੈਂਪਾਂ 'ਤੇ ਜਾਂਦੀ ਹਾਂ ਅਤੇ ਆਮ ਤੌਰ 'ਤੇ ਮੈਂ ਐਡਰੈਸ ਇੱਥੋਂ ਸ਼ੁਰੂ ਕਰਦੀ ਹਾਂ, ਪਿਆਰੇ ਬੱਚਿਓ, ਕਿਉਂਕਿ ਬੱਚਿਆਂ ਦੇ ਕੈਂਪ ਹੁੰਦੇ ਨੇ ਇੱਥੇ। ਅਤੇ ਮੈਨੂੰ ਲੱਗਦਾ ਮੇਰੇ ਤੋਂ ਵੱਡੇ, ਮੇਰੇ ਤੋਂ ਛੋਟੇ, ਮੇਰੇ ਸਾਥੀ ਸਾਰੇ ਨਾਲ ਨੇ। ਅਤੇ ਆਮ ਤੌਰ 'ਤੇ ਇਸ ਤਰ੍ਹਾਂ ਹੁੰਦਾ, ਮੈਂ ਸਟੇਜ 'ਤੇ ਜਾਂਦੀ ਹਾਂ ਅਤੇ ਬੱਚੇ ਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ, ਪਿਆਰੇ ਬੱਚਿਓ ਵੀ ਤੁਸੀਂ ਹੁਣੇ ਬੋਲਣਾ। ਪਿਆਰੇ ਬੱਚਿਓ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਡਿਊਟੀ ਲੱਗਿਆ ਬੱਚਿਓ, ਫਿਰ ਮੇਰੇ ਮੂੰਹ 'ਚੋਂ ਬੱਚਿਓ ਨਿਕਲਣਾ ਹੈ, ਪਰ ਅਸੀਂ ਸਾਰੇ ਬੱਚੇ ਹੀ ਹਾਂ, ਗੁਰੂ ਦੇ ਬੱਚੇ ਹਾਂ, ਇਹ ਸਮਝ ਕੇ ਚੱਲੀਏ, ਕਿਉਂਕਿ ਆਦਤ ਬਣੀ ਹੈ। ਮੈਨੂੰ ਯਾਦ ਹੈ ਇੱਕ ਵਾਰੀ ਮੈਂ ਕਿਤੇ ਕੈਂਪ 'ਤੇ ਗਈ ਸੀ ਅਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿੱਚ ਕਹਿੰਦੇ ਜੀ ਇੱਥੇ ਤੁਸੀਂ ਲੇਡੀਜ਼ ਘੱਟ ਹੀ ਆਉਂਦੀਆਂ ਨੇ ਕੈਂਪਸ ਨੂੰ ਐਡਰੈਸ ਕਰਨ ਲਈ, ਅਤੇ ਤੁਸੀਂ ਇਸ ਏਰੀਏ ਦੀਆਂ ਲੇਡੀਜ਼ ਨੂੰ ਐਡਰੈਸ ਕਰਦੇ ਹੋ। ਮੇਰੀ ਤੋਂ ਵੱਡੀ ਉਮਰ ਦੀਆਂ ਲੇਡੀਜ਼ ਬੈਠੀਆਂ ਹੋਈਆਂ ਅਤੇ ਮੈਂ ਉਹਨਾਂ ਨੂੰ ਐਡਰੈਸ ਕਰ ਰਹੀ ਹਾਂ। ਠੀਕ ਹੈ ਬੱਚਿਓ, ਸਮਝ ਆ ਗਈ? ਆਦਤ ਹੀ ਸਾਨੂੰ ਪਈ ਹੋਈ ਹੈ। ਮੈਂ ਇੱਕ ਅਧਿਆਪਕ ਹਾਂ ਅਤੇ ਅਧਿਆਪਕ ਨੂੰ ਆਦਤ ਪਈ ਹੁੰਦੀ ਹੈ, ਸੋ ਪਲੀਜ਼ ਡੋਂਟ ਮਾਈਂਡ ਇਟ। ਅਤੇ ਅਸੀਂ ਗੱਲ ਕਰਨ ਲਈ ਆਏ ਹਾਂ, ਮੇਰੀ ਡਿਊਟੀ ਲੱਗੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕਰਾਂ। ਹੁਣ ਗੁਰੂ ਤੇਗ ਬਹਾਦਰ ਜੀ 9ਵੀਂ ਨਾਨਕ ਜੋਤ ਸਨ। ਪਹਿਲੀ ਨਾਨਕ ਜੋਤ ਤੋਂ ਆਪਾਂ ਗੱਲ ਸ਼ੁਰੂ ਕਰਾਂਗੇ ਅਤੇ ਫਿਰ 9ਵੀਂ ਨਾਨਕ ਜੋਤ 'ਤੇ ਪਹੁੰਚਾਂਗੇ, ਕਿਉਂਕਿ ਸ਼ੁਰੂ 'ਤੇ ਪਹਿਲੀ ਨਾਨਕ ਜੋਤ ਨੇ ਕੀਤਾ ਨਾ, ਜਿਸ ਨੂੰ ਅੱਗੇ ਲੈ ਕੇ ਜਾ ਰਹੇ ਨੇ ਬਾਕੀ ਨਾਨਕ ਜੋਤਾਂ। ਜੋ ਗੁਰੂ ਨਾਨਕ ਸਾਹਿਬ ਨੇ ਕੰਮ ਸ਼ੁਰੂ ਕੀਤਾ ਉਹ ਇੱਕ ਜੀਵਨ ਕਾਲ ਵਿੱਚ ਪੂਰਾ ਹੋਣ ਵਾਲਾ ਨਹੀਂ ਸੀ। ਸਿਲੇਬਸ ਉਹਨਾਂ ਨੇ ਦੇ ਦਿੱਤਾ, ਪੂਰਾ ਦੇ ਦਿੱਤਾ, ਦੱਸ ਦਿੱਤਾ ਕਿ ਦਿਸ ਇਜ਼ ਆਰ ਏਮ, ਇੱਥੇ ਅਸੀਂ ਪਹੁੰਚਣਾ ਹੈ। ਕਿੱਥੇ ਪਹੁੰਚਣਾ ਹੈ? ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇੱਥੇ ਤੱਕ ਉਹਨਾਂ ਨੇ ਪਹੁੰਚਾਉਣਾ ਸੀ ਸਾਨੂੰ। ਗੁਰੂ ਨਾਨਕ ਸਾਹਿਬ ਜਦੋਂ ਇਸ ਸੰਸਾਰ ਵਿੱਚ ਆਏ, ਸਾਨੂੰ ਪਤਾ ਹੈ ਅਸੀਂ ਕਿਹੋ ਜਿਹਾ ਜੀਵਨ ਜੀਉ ਰਹੇ ਸਨ, ਭਾਰਤ ਵਾਸੀ ਕਿਹੋ ਜਿਹਾ ਜੀਵਨ ਜੀਉ ਰਹੇ ਸਨ। ਇੱਕ ਵਿਦਵਾਨ ਨੇ ਲਿਖਿਆ ਹੈ ਕਿ ਸਾਡੀ ਹਾਲਤ ਇਹ ਸੀ ਜੋ ਧਰਤੀ 'ਤੇ ਰੀਂਗਦੇ ਗੰਡੋਏ ਹੁੰਦੇ ਨੇ, ਅਰਥਵਰਮ ਵਰਗੀ ਹਾਲਤ ਸੀ। ਕੋਈ ਕੀੜੀ, ਕੋਈ ਮਕੌੜਾ, ਕੋਈ ਕਾਕਰੋਚ ਪੈਰ ਥੱਲੇ ਆ ਕੇ ਮਰਦਾ ਨਾ, ਜਦੋਂ ਤੜਪਦਾ ਸਾਡੇ ਦਿਲ ਨੂੰ ਕੁਛ ਹੁੰਦਾ ਹੈ। ਪਰ ਗੰਡੋਏ ਦੀ ਕੀ ਹਾਲਤ ਹੁੰਦੀ ਹੈ? ਅਸੀਂ ਗੋਡੀ ਕਰਦੇ ਹਾਂ, ਅਣਗਿਣਤ ਗੰਡੋਏ ਮਰ ਜਾਂਦੇ ਨੇ, ਸਾਡੀ ਗੋਡੀ ਕਰਦੇ ਹਾਂ, ਸਾਡੇ ਦਿਲ ਨੂੰ ਕੁਛ ਨਹੀਂ ਹੁੰਦਾ। ਬੜਾ ਐਪਰੋਪਰੀਏਟ ਵਰਡ ਯੂਜ਼ ਕੀਤਾ ਉਸ ਬੰਦੇ ਨੇ ਕਿ ਸਾਡੀ ਹਾਲਤ ਕਿਸ ਵਰਗੀ ਸੀ? ਗੰਡੋਏ ਵਰਗੀ ਸੀ। ਅਸੀਂ ਮਾਰੇ ਜਾ ਰਹੇ ਸੀ, ਅਸੀਂ ਕੁਚਲੇ ਜਾ ਰਹੇ ਸੀ, ਪਰ ਕਿਸੇ ਨੂੰ ਦਰਦ ਨਹੀਂ ਸੀ ਹੁੰਦਾ, ਕਿਸੇ ਨੂੰ ਫੀਲ ਨਹੀਂ ਸੀ ਹੁੰਦਾ ਵੀ ਸਾਨੂੰ ਦਰਦ ਹੁੰਦਾ ਹੈ। ਅਸੀਂ ਗੰਡੋਏ ਦੀ ਹਾਲਤ ਵਿੱਚ ਸਾਂ ਜਦੋਂ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਆਏ। ਅਤੇ ਗੁਰੂ ਨਾਨਕ ਸਾਹਿਬ ਦਰਦਵੰਤ ਸਨ। ਉਹਨਾਂ ਨੂੰ ਦੁਨੀਆ ਦੀ ਪੀੜਾ ਨੇ ਦੁਖੀ ਕੀਤਾ ਸੀ। ਭਾਈ ਗੁਰਦਾਸ ਜੀ ਲਿਖਦੇ ਹਨ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਨੇ ਜਦੋਂ ਧਿਆਨ ਲਾ ਕੇ ਦੇਖਿਆ ਤੇ ਉਹਨੂੰ ਕੀ ਨਜ਼ਰ ਆਇਆ? ਹੈ ਕਰਦੀ ਸੁਣੀ ਲੁਕਾਈ, ਜਲਤੀ ਸਭ ਪ੍ਰਿਥਵੀ ਦਿਸਿਆਈ। ਸਾਰਾ ਸੰਸਾਰ ਜਲ ਰਿਹਾ ਹੈ, ਦੁੱਖਾਂ ਦੀ ਅਗਨੀ ਵਿੱਚ ਜਲ ਰਿਹਾ ਹੈ, ਹਾਏ ਹਾਏ ਕਰ ਰਿਹਾ ਹੈ। ਇਸ ਹਾਏ ਹਾਏ ਦੀ ਆਵਾਜ਼ ਹੋਰ ਕਿਸੇ ਨੂੰ ਨਹੀਂ ਸੁਣੀ, ਬਾਬੇ ਨਾਨਕ ਦੇ ਕੰਨਾਂ ਨੂੰ ਸੁਣੀ। ਤੇ ਬਾਬਾ ਨਾਨਕ ਵਾਜ਼ ਏ ਡਾਇਨਾਮਿਕ ਪਰਸਨੈਲਿਟੀ, ਐਵੇਂ ਚੁੱਪ ਕਰਕੇ ਬੈਠਣ ਵਾਲਾ ਤੇ ਨਹੀਂ ਸੀ। ਉਹ ਕੁਛ ਮੀਨਿੰਗਫੁਲ ਕੰਮ ਕਰਨ ਲਈ ਆਇਆ ਸੀ। ਉਹਨੇ ਸੋਚਿਆ, ਧਿਆਨ ਲਗਾਇਆ ਕਿ ਮੈਂ ਕੀ ਕਰਾਂ। ਦੁਨੀਆ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਵੇ, ਭਾਈ ਵੀਰ ਸਿੰਘ ਦੀ ਕਵਿਤਾ ਹੈ। ਦੁਨੀਆ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਵੇ। ਦੁੱਖ ਦੇਖਿਆ ਬਾਬੇ ਨਾਨਕ ਨੇ ਸੰਸਾਰ ਦਾ। ਮਹਾਤਮਾ ਬੁੱਧ ਨੇ ਵੀ ਦੁੱਖ ਦੇਖਿਆ ਸੀ ਸੰਸਾਰ ਦਾ। ਮਹਾਤਮਾ ਬੁੱਧ ਨੇ ਵੀ ਇੱਕ ਬਿਮਾਰ, ਇੱਕ ਬੁੱਢਾ ਤੇ ਇੱਕ ਰੋਗੀ ਦੇਖਿਆ ਸੀ।
ਉਹਨੂੰ ਦੁੱਖ ਲੱਗਿਆ ਸੀ ਤੇ ਉਹ ਸੰਸਾਰ ਛੱਡ ਕੇ ਚਲਾ ਗਿਆ ਸੀ। ਬਾਬੇ ਨਾਨਕ ਨੇ ਵੀ ਦੁੱਖ ਦੇਖਿਆ ਸੰਸਾਰ ਦਾ। ਜਲਤੀ ਸਭ ਪ੍ਰਿਥਵੀ ਦਿਸਿਆਈ, ਹੈ ਕਰਦੀ ਸੁਣੀ ਲੁਕਾਈ। ਤੇ ਬਾਬਾ ਸੰਸਾਰ ਛੱਡ ਕੇ ਨਹੀਂ ਗਿਆ, ਬਾਬਾ ਸੰਸਾਰ ਦੇ ਰਮਣ ਤੇ ਚਲਾ ਗਿਆ। ਬਾਬਾ ਕਿੱਥੇ ਗਿਆ? ਉਦਾਸੀਆਂ ਤੇ ਚੜ ਪਿਆ। ਸਾਰੇ ਸੰਸਾਰ ਦਾ ਰਮਣ ਕੀਤਾ, ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ, ਸਾਰੇ ਸੰਸਾਰ ਦਾ ਰਮਣ ਕੀਤਾ। ਜਿੱਥੇ ਜਿੱਥੇ ਦੁੱਖ ਸੀ, ਜਿੱਥੇ ਜਿੱਥੇ ਇਨਸਾਫ ਬੇਇਨਸਾਫੀ ਸੀ, ਜਿੱਥੇ ਜਿੱਥੇ ਗਲਤ ਕੰਮ ਹੋ ਰਿਹਾ ਸੀ, ਉੱਥੇ ਉੱਥੇ ਬਾਬਾ ਗਿਆ ਤੇ ਉਹਨਾਂ ਨੂੰ ਗਲਤ ਕੰਮ ਤੋਂ ਹਟਾਇਆ, ਤਾਂ ਕਿ ਇੱਕ ਸੋਹਣਾ ਸਮਾਜ ਸਿਰਜਿਆ ਜਾ ਸਕੇ। ਸਿੱਧਾ ਕੋਲ ਗਿਆ ਬਾਬਾ, ਤਾਂ ਬਾਬੇ ਨੇ ਪੁੱਛਿਆ, ਬਾਬੇ ਨੂੰ ਪੁੱਛਿਆ ਸਿੱਧਾ ਨੇ ਕਿ ਤੇਰਾ ਇਸ ਸੰਸਾਰ ਵਿੱਚ ਆਉਣ ਦਾ ਪਰਪਸ ਕੀ ਹੈ? ਕਿਉਂ ਇਸ ਉਦਾਸੀਆਂ ਤੇ ਤੂੰ ਚੜਿਆ ਹੈ? ਉਹਨਾਂ ਲਈ ਬਾਲਾ ਹੈ, ਬੱਚਾ ਹੈ। ਗੁਰੂ ਨਾਨਕ ਸਾਹਿਬ ਵਾਸ ਅ ਯੰਗ ਮੈਨ ਵੈਨ ਹੀ ਵੈਂਟ ਫॉर ਉਦਾਸੀਜ਼, ਬਿਲਕੁਲ ਯੰਗ ਸਨ। ਤੇ ਸਿੱਧ ਇੰਨੀ ਵੱਡੀ 100 150 200 ਸਾਲ ਦੀ ਉਮਰ ਵਾਲੇ, ਉਹਨਾਂ ਲਈ ਤੇ ਉਹ ਬੱਚਾ ਸੀ। ਉਹਨਾਂ ਨੂੰ ਪੁੱਛੇ, ਬੱਚੇ ਨੂੰ ਪੁੱਛਦੇ ਵੀ ਕਿ ਕਾਹਦੇ ਲਈ ਤੂੰ ਕਿਉਂ ਉਦਾਸੀ ਭੇਖ ਧਾਰਿਆ? ਤੇ ਗੁਰੂ ਨਾਨਕ ਸਾਹਿਬ ਨੇ ਕੀ ਜਵਾਬ ਦਿੱਤਾ ਸੀ? ਗੁਰਮੁਖ ਖੋਜਤ ਭਏ ਉਦਾਸੀ। ਮੈਂ ਗੁਰਮੁਖਾਂ ਦੀ ਖੋਜ ਲਈ ਉਦਾਸੀਆਂ ਧਾਰੀਆਂ ਹਨ। ਤੇ ਗਏ ਕਿੱਥੇ ਗੁਰੂ ਨਾਨਕ ਸਾਹਿਬ? ਸਭ ਤੋਂ ਪਹਿਲੇ ਕਿੱਥੇ ਗਏ? ਸੱਜਣ ਠੱਗ ਕੋਲ ਗਏ। ਕੀ ਉਹ ਗੁਰਮੁਖ ਸੀ? ਸੱਜਣ ਠੱਗ ਗੁਰਮੁਖ ਨਹੀਂ ਸੀ, ਪਰ ਗੁਰੂ ਨਾਨਕ ਸਾਹਿਬ ਉਹਦੇ ਕੋਲ ਗਏ। ਉੱਥੇ ਗੁਰਮੁਖਾਂ ਨੂੰ ਖੋਜਣ ਲਈ ਗਏ ਸੀ, ਸੱਜਣ ਠੱਗ ਕੋਲ ਕੀ ਕਰਨ ਲਈ ਗਏ ਸੀ? ਪਰ ਗੁਰੂ ਨਾਨਕ ਸਾਹਿਬ ਗਏ ਸੱਜਣ ਠੱਗ ਕੋਲ। ਕਿਉਂ? ਗੁਰੂ ਨਾਨਕ ਸਾਹਿਬ ਨੂੰ ਸੱਜਣ ਜਿਹੜਾ ਠੱਗ ਸੀ, ਉਸ ਦੀ ਠੱਗੀ ਦੇ ਅੰਦਰ ਕਿਤੇ ਗੁਰਮੁਖ ਕਣੀ ਸੀ, ਜਿਹੜੀ ਗੁਰੂ ਨਾਨਕ ਸਾਹਿਬ ਨੂੰ ਦੱਸੀ। ਉਸ ਕਣੀ ਨੂੰ ਮਗਾਉਣ ਲਈ, ਉਸ ਦੇ ਅੰਦਰ ਜਿਹੜੀ ਜੀਵਨ ਕਣੀ ਸੀ, ਗੁਰਮੁਖ ਕਣੀ ਸੀ, ਉਹਦਾ ਭਾਂਬੜ ਬਣਾਉਣ ਲਈ ਗੁਰੂ ਨਾਨਕ ਸਾਹਿਬ ਉੱਥੇ ਗਏ ਸਨ। ਅਸੀਂ ਵੀ ਤਾਂ ਬੜੀ ਵਾਰੀ ਸ਼ਬਦ ਸੁਣਿਆ, ਉਜਲ ਕੇ ਹਾਂ ਚਿਲਕਣਾ ਘੋਟਮ ਕਾਲੜੀ ਮਸਤ ਉਤਿਆਂ ਝੂਠ ਨਾ ਉਤਰੇ ਜਿਸੋ ਧਵਾਂ ਤਿਸ। ਅਣਗਿਣਤ ਵਾਰੀ ਇਹ ਸ਼ਬਦ ਸੁਣਿਆ ਕਿ ਸਾਡੇ ਅੰਦਰ ਉਹ ਜੀਵਨ ਆਇਆ, ਸਾਡੇ ਅੰਦਰ ਉਹ ਜੀਵਨ ਕਣੀ ਨਹੀਂ ਹੈ। ਜੋ ਜੀਵਨ ਕਣੀ ਸੱਜਣ ਠੱਗ ਦੇ ਅੰਦਰ ਸੀ, ਇੱਕ ਸ਼ਬਦ ਸੁਣ ਕੇ ਉਹਦੀ ਕਾਇਆ ਕਲਪ ਹੋ ਗਈ। ਸੋ ਗੁਰੂ ਨਾਨਕ ਸਾਹਿਬ ਇਸ ਕੰਮ ਲਈ ਇਸ ਸੰਸਾਰ ਵਿੱਚ ਆਏ ਸੀ। ਉਹਨਾਂ ਨੇ ਉਦਾਸੀ ਭੇਖ ਧਾਰਿਆ। ਮੈਂ ਸ਼ਬਦ ਸ਼ੁਰੂ ਕੀਤਾ ਸੀ, ਬਾਬਾ ਦੇਖਿਆ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸਿਆਈ। ਫਿਰ ਜਲਦੀ ਸਭ ਪ੍ਰਿਥਵੀ ਤੇ ਦੇਖ ਲਈ। ਫਿਰ ਹੁਣ ਕੀ ਚੁੱਪ ਕਰਕੇ ਬੈਠ ਜਾਂਦੇ? ਉਹਨੂੰ ਐਨਾਲਾਈਜ਼ ਕੀਤਾ। ਬਾਬੇ ਨਾਨਕ ਨੇ ਐਨਾਲਿਸਿਸ ਕੀਤਾ ਪੂਰਾ। ਹੀ ਵਾਜ਼ ਅ ਗੁੱਡ ਡਾਕਟਰ। ਅੱਛਾ ਡਾਕਟਰ ਹੈ ਨਾ, ਜਿਹੜਾ ਉਹਦੇ ਕੋਲ ਮਰੀਜ਼ ਆਉਂਦਾ ਹੈ, ਪਹਿਲੇ ਉਹਦੀ ਬਿਮਾਰੀ ਨੂੰ ਦੇਖਦਾ ਹੈ, ਉਹਦੇ ਟੈਸਟ ਕਰਦਾ ਹੈ, ਉਹਦੀ ਨਬਜ਼ ਦੇਖਦਾ ਹੈ, ਫਿਰ ਐਨਾਲਿਸਿਸ ਕਰਦਾ ਹੈ, ਡਾਇਗਨੋਜ਼ ਕਰਦਾ ਹੈ ਵੀ ਕੀ ਬਿਮਾਰੀ ਹੈ, ਫਿਰ ਉਹਦਾ ਕਾਰਨ ਲੱਭਦਾ, ਫਿਰ ਉਹਦਾ ਇਲਾਜ ਕਰਦਾ। ਬਾਬੇ ਨਾਨਕ ਨੇ ਵੀ ਇਹੀ ਕੀਤਾ। ਬਾਬਾ ਆ ਗਿਆ, ਬਾਬਾ ਵੈਦ ਰੋਗੀਆਂ ਦਾ ਆਪਾਂ ਆਮ ਪੜ੍ਹਦੇ ਹਾਂ। ਸੋ ਉਸ ਵੈਦ ਬਾਬੇ ਨੇ ਪਹਿਲੇ ਦੇਖਿਆ ਕਿ ਸੰਸਾਰ ਬਿਮਾਰ ਹੈ, ਬਿਮਾਰੀ ਵਿੱਚ ਦੁਖੀ ਹੈ, ਜਲ ਰਿਹਾ, ਅਗਨੀ ਵਿੱਚ ਜਲ ਰਿਹਾ। ਫਿਰ ਇਹਦਾ ਕਾਰਨ ਕੀ ਹੈ? ਕਿਉਂ ਸੰਸਾਰ ਦੁਖੀ ਹੈ? ਬਾਝੋਂ ਗੁਰੂ ਗੁਬਾਰ ਹੈ। ਸੱਚਾ ਗੁਰੂ ਨਹੀਂ ਹੈਗਾ ਇੱਥੇ। ਸੱਚਾ ਗੁਰੂ ਸੰਸਾਰ ਵਿੱਚ ਕੋਈ ਨਹੀਂ। ਇਹਨਾਂ ਨੂੰ ਠੀਕ ਗਾਈਡੈਂਸ ਦੇਣ ਵਾਲਾ ਕੋਈ ਨਹੀਂ। ਗਾਈਡੈਂਸ ਕਿੰਨੀ ਇੰਪੋਰਟੈਂਟ ਹੁੰਦੀ ਆ ਕਿ ਇਹਨਾਂ ਨੂੰ ਗਾਈਡੈਂਸ ਦੇਣ ਵਾਲਾ ਕੋਈ ਨਹੀਂ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ। ਬਾਹਮਣਾ ਨੇ ਕਾਦੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸੈਤਾਨ ਮੇ ਲੱਗੋ। ਕਿਸ ਨੇ ਗਾਈਡ ਕਰਨਾ ਸੀ? ਕਾਦੀਆਂ ਤੇ ਬਾਹਮਣਾ ਨੇ ਗਾਈਡ ਕਰਨਾ ਸੀ। ਉਹੀ ਉਸ ਸਮੇਂ ਦੇ ਅਧਿਆਪਕ ਸਨ। ਫਾਰਮਲ ਐਜੂਕੇਸ਼ਨ ਜਿਹੜੀ ਅੱਜ ਕੱਲ੍ਹ ਸੈਕੂਲਰ ਐਜੂਕੇਸ਼ਨ ਹੈ, ਉਹ ਤੇ ਸੀ ਨਹੀਂ। ਐਜੂਕੇਸ਼ਨ ਦੇਣ ਦਾ ਤਰੀਕਾ ਹੀ ਇਹ ਸੀ, ਕਾਜ਼ੀ ਦਿੰਦੇ ਸੀ ਜਾਂ ਬਾਹਮਣ ਦਿੰਦੇ ਸੀ। ਤੇ ਕਾਦੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸੈਤਾਨ ਮੇ ਲਾ ਲਓ। ਤੇ ਸਾਰੇ ਸ਼ੈਤਾਨ ਬੜੇ ਹੋਏ ਨੇ। ਸੋ ਗੁਰੂ ਕੋਈ ਨਹੀਂ ਸੰਸਾਰ ਦੇ ਵਿੱਚ। ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਫਿਰ ਬਾਬਾ ਨਾਨਕ ਬੈਠਣ ਵਾਲਾ ਨਹੀਂ ਸੀ। ਅਸੀਂ ਤੇ ਰੋ ਪੈਂਦੇ ਹਾਂ ਨਾ ਕਿ ਕੋਈ ਨਹੀਂ ਜੀ, ਇਹ ਸੰਸਾਰ ਨੂੰ ਤਾਰਨ ਵਾਲਾ ਕੋਈ ਨਹੀਂ, ਕੋਈ ਨਾਮ ਨਹੀਂ ਜਪਦਾ, ਕੋਈ ਇਹ ਨਹੀਂ। ਬਾਬੇ ਨਾਨਕ ਨੇ ਕਿਹਾ ਚੰਗਾ ਜੇ ਹੋਰ ਕੋਈ ਨਹੀਂ ਤੇ ਮੈਂ ਹੀ ਸਹੀ।
मैं जांदा वां, मैं चुप करके नहीं बैठना। मेरा ये मिशन है संसार नूं ठीक पासे लगाना, होर कोई करे या ना करे। मैं अपने गडल अप योर लॉइन्स है ना, अपने की कहते ने उन्होंने कमर कसा किया ते तुर पिया चढ़िया सोधन धरत लुकाई। भी मैं ते सारी धरती नूं सोध देना है, सारी धरती नूं ठीक पासे लगा देना है। ते ठीक पासे लगाने लई जिथे जिथे बुरा काम हो रहा सी उथे उथे चुन चुन के बाबा नानक गया, चुन चुन के गया। कौडे राखश कोल गया, सज्जन ठग कोल गया, सेठ दुनी चंद कोल गया, नूर शाह कोल गया। साखियां पता होनियां ने तुहानूं सारियां, ये सानू पता होनियां चाहिदियां ने साखियां। नूर शाह जादूगर नहीं सी, उन्होंने ठीक पासे लगाया। भूमिया चोर चोरी करदा सी, ਉਹਦੀ चोरी किवें हटाई। बड़ी इंटरस्टिंग गल है कि बाबा नानक दा प्रचार ढंग की है, इट्स वेरी इंटरस्टिंग। भूमिया कहंदा वो पुश्तां तो चोर चले आ रहा सी, सारी फैमिली पुश्तां तो चोरी कर रही सी। ते बाबा नानक जी ने कहा, गुरु नानक देव जी ने कहा, वीर जी ने राती कहा सी कि गुरु नानक देव जी बोलना, पर क्योंकि भाई गुरदास ने साखियां दे विच इन्ना बाबा नानक लिखिया, वो इस करके वैसे कोई हरज भी नहीं। बाबा हुंदा कौन है? घर दा वड्डा वडेरा बाबा नानक इस हिंदुस्तान दे घर दा वड्डा वडेरा सी, जिन्हें सारी लुकाई ओहदा परिवार सी। घर दा जिहड़ा हैड हुंदा ना वो बाबा हुंदा। सो गुरु नानक देव जी उत्थे पहुंचे, पर मैं अपने आप नूं करैक्ट कर लिया। गुरु नानक देव जी उत्थे पहुंचे जदों असम वाली साइड ते भूमिया चोर नाल वास्ता पिया। उन्होंने समझ आ गई चोरी नहीं करनी चाहिए, पर कहता बाबा जी गुरु साहब मैं तो चोरी किए बिना रह नहीं सकता, होर कुछ काम मैनू करन लई कह दिओ, मैं सब कुछ कर लवांगा पर मैं चोरी नहीं छड्ड सकदा। हुण गुरु नानक देव जी देखो, ही वॉज ए ग्रेट साइकोलॉजिस्ट आई मस्ट से। कहते कोई ना बेटा तू चोरी करनी ना छड्ड, पर तू होर एक प्रॉमिस कर लै, उस तू एक तो झूठ नहीं बोलना, एक नमक खा के हराम नहीं करना, ते तीसरी गल मैनू हुण भुल गई है किसी ने, हाँ जी गरीब मार नहीं करनी। ये तीन काम ना करी तू, ठीक है। सो भूमिया खुश कि मैनू चोरी की परमिशन मिल गई है। पहुँच गया राजे के घर चोरी करने लई। पहरेदार पुछदा भी तू कौन है? हुण झूठ नहीं सी बोलना, कहना मैं चोर हाँ। पहरेदार कहंदा चंगे भले कपड़े सोहने पाए हुए ने, चोर कित्थे होना? चोर कोई कहंदा मैं चोरा होना, कोई रिश्तेदार राजे का। चला गया अंदर, भी मैं मना किया तो भी मैनू डर है अपनी नौकरी का। जाके समान बन्निया तो एक बोरी च नमक पिया होया सी, थोड़ा जिहा उन्हें सोचा कुछ पता नहीं शायद खंड है, उन्हें गलती नाल मूँह च पा लिया नमक। हुण नमक खा के हराम नहीं करना, गंढ उत्थे ही रख दी तो निकल गया बाहर। पहरेदार ने भी ठीक है रिश्तेदार आया होगा मिलन लई, आया कुछ चुक्या तो है कोई नहीं, उंज ही चला गया जिवें आया सी चला गया। राजे नूं कोई मिलन लई आया होगा। तो फिर हुण राजे के घर नूं चोरी होने की अटैम्प्ट हुई है, अटैम्प्ट टू थैफ्ट। हाँ तो उन्हें हुक्म करता भी सारे चोरां नूं पकड़ो। हुण गरीब मार होनी शुरू हो गई, जिन्हों ने चोरी नहीं की उन्होंने पकड़ के, तुहानूं पता ही पुलिस वाले किवें वो कन्फैशन किवें लैंदे ने, मारदे कुटदे ने भी तू कन्फैस कर। फिर देखा भी तो गरीब मार हो गई। फिर वो आप जाके दसदा कि भी इन्हों ना मारो चोरी की अटैम्प्ट मैं की सी। कहते फिर क्वेश्चन भी तू चोरी की तो लैके क्यों नहीं गया? कहते मेरे गुरु का हुक्म सी, चोरी करन दी परमिशन सी मैनू, पर नमक खा के हराम करन दी परमिशन नहीं सी, गरीब मार करन दी हिम्मत परमिशन नहीं सी। सो मैं वापस आ गया किते इन्हां दी गरीब मार ना होए। ते राजा कहंदा किहड़ा गुरु है जिहड़ा इंज सिखा दिंदा है, एक चोर नूं भी सीधे रस्ते पा दिंदा है। सो गुरु नानक देव जी गए, सारियां थावां ते गए, भूमिया चोर नूं उस तो बाद सीधे रस्ते पा दिता। नूर शाह भी उत्थों दी प्रचारक बनी, जादूगर नहीं सी जिहड़ी पंदाने नूं उहने भेडू बना दिता सी। भूमिया भी उत्थों का प्रचारक बनया, सज्जन ठग भी प्रचारक बनया। सो जेड़े जेड़े भैड़े सन बंदे उन्होंने चंगे पासे लगा दिता। आफ्टर ऑल समाज है कि है, भैड़े बंदियां नूं चंगे बना दिओ, समाज चंगा बन जाएगा। चंगे बंदे भैड़े बन जाएंगे तो समाज भैड़ा बन जाएगा। गुरु नानक साहब ने मिशन पूरा किया, भैड़े बंदियां नूं चंगे बंदे बना के। वो चंगे बंदियां कोल भी गए, सिद्धा कोल गए, जेड़े अपनी ड्यूटी भुल चुके सन।
ਸਿੱਧ ਕਹਿੰਦੇ ਨੇ ਬਈ ਅਸੀਂ ਤਾਂ ਪਰਮਾਤਮਾ ਦੇ ਨਾਲ ਮਿਲਣਾ, ਉਹ ਸੰਸਾਰ ਵਿੱਚ ਤੇ ਗੰਦ ਹੀ ਬੜਾ, ਸੰਨਿਆਸ ਲੈ ਲਓ। ਹੁਣ ਗੁਰਸਿੱਖੀ ਦੇ ਮੁਤਾਬਿਕ, ਗੁਰਸਿੱਖੀ ਸਿਧਾਂਤ ਦੇ ਮੁਤਾਬਿਕ ਸੰਸਾਰ ਵਿੱਚ ਰਹਿ ਕੇ ਸੰਸਾਰ ਨੂੰ ਚੰਗਾ ਬਣਾਉਣਾ ਹੈ, ਛੱਡ ਕੇ ਨਹੀਂ ਜਾਣਾ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਧਰਮ ਦਾ ਏਮ ਹੀ ਹੈ, ਰੱਬ ਨੂੰ ਮਿਲਣਾ ਤੇ ਏਮ ਹੀ ਹੈ। ਉਹ ਇੱਕ ਇੰਡੀਵਿਜੂਅਲ ਦਾ, ਟੂ ਮਰਜ ਇਨ ਦ ਇਨਫਿਨਿਟ ਗੋਡ, ਉਹ ਇੰਡੀਵਿਜੂਅਲ ਦਾ ਏਮ ਹੈ। ਪਰ ਸਾਡੀ ਸੰਗਤ ਸਾਰੀ ਬਣਾਉਣੀ ਤੇ ਸੰਗਤ ਨੂੰ ਵੀ ਉਸ ਪਾਸੇ ਲਗਾਉਣਾ, ਇਹ ਵੀ ਇੱਕ ਇੰਡੀਵਿਜੂਅਲ, ਉਹ ਇੰਡੀਵਿਜੂਅਲ ਏਮ ਹੈ, ਇਹ ਕਲੈਕਟਿਵ ਏਮ ਹੈ ਸਾਡਾ ਸਾਰਿਆਂ ਦਾ। ਕਿ ਸਮਾਜ ਵਿੱਚ ਚੰਗਾ ਬੰਦਾ ਟਿਕ ਕੇ ਨਹੀਂ ਬੈਠ ਸਕਦਾ ਜੇ ਆਲੇ ਦੁਆਲੇ ਬਹੁਤੇ ਭੈੜੇ ਲੋਕ ਹੋਣਗੇ। ਜੇ ਆਲੇ ਦੁਆਲੇ ਤੁਹਾਡੇ ਸਾਰੇ ਕਰਪਟ ਹਨ, ਇੱਕ ਓਨੈਸਟ ਹੈ, ਤੇ ਉਸ ਓਨੈਸਟ ਦਾ ਰਹਿਣਾ ਔਖਾ ਹੋ ਜਾਂਦਾ ਹੈ। ਇਸ ਲਈ ਸਮਾਜ ਚੰਗਾ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਸੀ। ਜੇ ਤੁਸੀਂ ਆਪ ਚੰਗੇ ਬਣੇ ਰਹਿਣਾ, ਤਾਂ ਜੇ ਚੰਗੇ ਬਣੇ ਰਹਿਣਾ ਤੇ ਆਲੇ ਦੁਆਲੇ ਦੇ ਲੋਕ ਵੀ ਚੰਗੇ ਹੋਣੇ ਚਾਹੀਦੇ ਹਨ। ਸੋ ਗੁਰੂ ਨਾਨਕ ਸਾਹਿਬ ਇਸ ਮਿਸ਼ਨ ਤੇ ਤੁਰੇ, ਤੇ ਜਿਹੜੇ ਸਿੱਧ ਇਸ ਮਿਸ਼ਨ ਨੂੰ ਛੱਡ ਗਏ ਸਨ ਕਿ ਅਸੀਂ ਚੰਗੇ ਹਾਂ ਤੇ ਅਸੀਂ ਇਹਨਾਂ ਵਿੱਚ ਨਹੀਂ ਮਰਜ ਹੋਣਾ। ਤੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਉਹਨਾਂ ਨੇ ਕਿਹਾ ਬਈ ਤੁਸੀਂ ਕਿਉਂ ਸੰਸਾਰ ਛੱਡ ਆਏ ਹੋ, ਸੰਸਾਰ ਦਾ ਹਾਲ ਕੀ ਹੈ, ਮਾਤ ਲੋਕ ਦਾ ਹਾਲ ਕੀ ਹੈ, ਸਿੱਧਾਂ ਨੇ ਪੁੱਛਿਆ। ਤੇ ਗੁਰੂ ਨਾਨਕ ਸਾਹਿਬ ਨੇ ਕੀ ਜਵਾਬ ਦਿੱਤਾ, ਸਿੱਧ ਛੁਪ ਬੈਠੇ ਪਰਬਤੀ, ਕੌਣ ਜਗਤ ਕੋ ਪਾਦੁਤਾ ਦਾ। ਕੀ ਹਾਲ ਪੁੱਛਦੇ ਹੋ, ਆਪ ਤੇ ਤੁਸੀਂ ਇੱਥੇ ਆ ਕੇ ਬੈਠ ਗਏ ਹੋ, ਤੁਹਾਨੂੰ ਕੀ ਮਤਲਬ ਸੰਸਾਰ ਨਾਲ, ਤੁਸੀਂ ਚੰਗੇ ਬੰਦੇ ਇੱਥੇ ਆ ਕੇ ਬੈਠ ਗਏ ਤੇ ਸੰਸਾਰ ਨੂੰ ਭੈੜਾ ਬਣਿਆ ਰਹਿਣ ਦਿੱਤਾ, ਤੁਹਾਡੀ ਚੰਗਿਆਈ ਦਾ ਫਾਇਦਾ ਕੀ। ਇਹ ਕੁਐਸਚਨ ਕੀਤਾ ਗੁਰੂ ਸਾਹਿਬ ਨੇ ਸਿੱਧਾਂ ਨੂੰ, ਉਹਨਾਂ ਨੂੰ ਵੀ ਸਿੱਧੇ ਰਸਤੇ ਪਾਇਆ ਵੀ ਤੁਸੀਂ ਸਮਾਜ ਦੇ ਵਿੱਚ ਰਹਿ ਕੇ ਆਪ ਵੀ ਜਪੋ ਤੇ ਅਵਰਾ ਨਾਮ ਜਪਾਵੋ। ਸੋ ਹੁਣ ਗੁਰੂ ਨਾਨਕ ਸਾਹਿਬ ਨੇ ਇਹ ਕੰਮ ਤੇ ਸ਼ੁਰੂ ਕਰ ਦਿੱਤਾ। ਪਰ ਮਿਸ਼ਨ ਕੀ ਹੈ ਦੱਸ ਦਿੱਤਾ ਕਿ ਸਿਰ ਧਰਤਲੀ ਗਲੀ ਮੇਰੀ ਆਓ, ਕਿਉਂਕਿ ਚੰਗੇ ਪਾਸੇ ਲੱਗਣ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ, ਗੁਰੂ ਗੋਬਿੰਦ ਸਿੰਘ ਨੇ ਦਿੱਤੀ, ਅਸੀਂ ਉੱਥੇ ਆ ਰਹੇ ਹਾਂ। ਫਿਰ ਆ ਗਏ ਉਹ ਬੜੇ ਆਮ ਤੌਰ ਤੇ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਜੇ ਗੁਰੂ ਨਾਨਕ ਸਾਹਿਬ ਆਪਣਾ ਵਾਰਿਸ ਨਾ ਛੱਡ ਕੇ ਜਾਂਦੇ ਤੇ ਨਾਨਕ ਪੰਥੀ ਰਹਿ ਜਾਣੇ ਸੀ, ਜਿਵੇਂ ਕਬੀਰ ਪੰਥੀ ਨੇ ਨਾਨਕ ਪੰਥੀ ਰਹਿ ਜਾਣੇ ਸੀ। ਪੰਥ ਜਿਹੜਾ ਗੁਰੂ ਪੰਥ ਨਹੀਂ ਸੀ ਬਣਨਾ। ਗੁਰੂ ਸਾਹਿਬ ਤੇ ਸਾਨੂੰ ਬਦਲਣ ਲਈ ਆਏ ਸੀ, ਤੇ ਹਜ਼ਾਰਾਂ ਸਾਲਾਂ ਤੋਂ ਜਿਹੜੀ ਗੁਲਾਮੀ ਸਾਡੇ ਅੰਦਰ ਘਰ ਕਰ ਗਈ ਹੋਈ ਸੀ, ਉਸ ਗੁਲਾਮੀ ਨੂੰ ਜੜੋਂ ਕੱਢਣਾ ਇੱਕ ਹਿਊਮਨ ਲਾਈਫ ਦਾ ਕੰਮ ਨਹੀਂ ਸੀ। ਇਹ ਲਗਾਤਾਰ ਕੰਮ ਕਰਨ ਦੀ ਲੋੜ ਸੀ। ਗੁਰੂ ਨਾਨਕ ਸਾਹਿਬ ਸਿਰਫ ਸਿੱਖਿਆ ਦੇਣ ਲਈ ਨਹੀਂ ਸੀ ਆਏ, ਗੁਰੂ ਨਾਨਕ ਸਾਹਿਬ ਇਹ ਇਨਸ਼ੋਰ ਕਰਨ ਲਈ ਆਏ ਸੀ ਕਿ ਅਸੀਂ ਉਸ ਲੈਵਲ ਤੇ ਪਹੁੰਚੀਏ ਜਿੱਥੇ ਉਹ ਸਾਨੂੰ ਪਹੁੰਚਾਉਣਾ ਚਾਹੁੰਦੇ ਨੇ। ਸੋ ਫਿਰ ਗੁਰੂ ਅੰਗਦ ਸਾਹਿਬ ਨੂੰ ਉਹਨਾਂ ਨੇ ਗੱਦੀ ਦਿੱਤੀ। ਗੁਰੂ ਅੰਗਦ ਸਾਹਿਬ ਨੇ ਸਿੱਖਿਆ ਜਾਰੀ ਰੱਖੀ, ਬੱਚਿਆਂ ਨੂੰ ਕਲਾਸਾਂ ਲਈਆਂ, ਬੱਚਿਆਂ ਦੀਆਂ ਕਿਆ ਜਿਸ ਵੇਲੇ ਕਲਾਸਾਂ ਲੈਂਦੇ ਸੀ, ਹਮਾਯੂ ਵੀ ਉਹਨਾਂ ਹਿੰਦੁਸਤਾਨ ਦਾ ਬਾਦਸ਼ਾਹ ਵੀ ਡਿਸਟਰਬ ਨਹੀਂ ਕਰ ਸਕਦਾ ਸੀ। ਸੋ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ। ਐਜੂਕੇਸ਼ਨ ਇਜ਼ ਦਾ ਕ੍ਰਕਸ ਆਫ ਦਾ ਹੋਲ ਡਿਵੈਲਪਮੈਂਟ। ਠੀਕ ਹੈ, ਹੋਲ ਸਾਰੀ ਜਿਹੜੀ ਦੁਨੀਆ ਇਸ ਸੰਸਾਰ ਦੇ ਵਿੱਚ ਜੇ ਕੋਈ ਪ੍ਰੋਗਰੈਸ ਹੋਣੀ ਹੈ ਤੇ ਐਜੂਕੇਸ਼ਨ ਤੋਂ ਬਿਨਾਂ ਨਹੀਂ ਹੋਣੀ। ਸੋ ਗੁਰੂ ਨਾਨਕ ਸਾਹਿਬ ਨੇ ਤੇ ਘੁੰਮ ਫਿਰ ਕੇ ਐਜੂਕੇਸ਼ਨ ਦਿੱਤੀ। ਗੁਰੂ ਅੰਗਦ ਸਾਹਿਬ ਨੇ ਇੱਕ ਥਾਂ ਤੇ ਟਿਕ ਕੇ ਬੈਠ ਕੇ ਵੀ ਹੁਣ ਫੋਕਸ ਕਰੋ ਇੱਕ ਕਮਿਊਨਿਟੀ ਨੂੰ ਬਣਾਉਣ ਲਈ। ਗੁਰੂ ਅੰਗਦ ਸਾਹਿਬ ਨੇ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ। ਗੁਰੂ ਅਮਰਦਾਸ ਜੀ ਫਿਰ ਅੱਗੋਂ ਆ ਗਏ, ਉਹਨਾਂ ਨੇ ਹੋਰ ਅੱਗੇ ਵਧੇ। ਗੋਇੰਦਵਾਲ ਸਾਹਿਬ ਜਿਹੜਾ ਲੰਗਰ ਦੀ ਪ੍ਰਥਾ ਵੀ, ਸੰਗਤ ਦੀ ਪਹਿਲੇ ਸੰਗਤ ਪਾਛੇ ਪਹਿਲੇ ਪੰਗਤ ਪਾਛੇ ਸੰਗਤ, ਸਮਾਜ ਸੁਧਾਰ ਕੀਤਾ। ਸਮਾਜਿਕ ਬਣਨਾ ਸ਼ੁਰੂ ਹੋ ਗਿਆ ਗੁਰੂ ਅੰਗਦ ਦੇਵ ਜੀ ਦੇ ਆਲੇ ਦੁਆਲੇ, ਪਰ ਉਹ ਸਮਾਜ ਦਾ ਸੁਧਾਰ ਕਰਨਾ ਹੈ। ਦਾਜ ਪ੍ਰਥਾ ਦੇ ਅਗੇਂਸਟ ਉਹਨਾਂ ਨੇ ਗੱਲ ਕੀਤੀ। ਬੜਾ ਬੈਲੈਂਸਡ ਵਿਊ ਦਿੱਤਾ ਹੈ। ਇਹ ਬੜਾ ਲੰਬਾ ਟੌਪਿਕ ਹੈ, ਇਹਨੂੰ ਆਈ ਕਾਂਟ ਗੋ ਇਨ ਐਵਰੀ ਡਿਟੇਲ, ਪਰ ਇਹ ਹੈ ਕਿ ਉਹਨਾਂ ਨੇ ਸਤੀ ਦੀ ਪ੍ਰਥਾ ਦੂਰ ਕੀਤੀ, ਪਰਦਾ ਪ੍ਰਥਾ, ਕੁੜੀ ਮਾਰ, ਵਿਧਵਾ ਵਿਆਹ, ਸਮਾਜ ਦਾ ਸੁਧਾਰ ਕੀਤਾ। ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਆਏ ਤੇ ਉਹਨਾਂ ਨੇ ਇੱਕ ਸਾਡਾ ਸੈਂਟਰਲ ਟਿਕਾਣਾ ਬਣਾ ਦਿੱਤਾ। ਹਰ ਫੈਮਿਲੀ ਨੂੰ ਇੱਕ ਘਰ ਚਾਹੀਦਾ। ਬੱਚਾ ਬੱਚੀ ਆਪਣੇ ਆਪਣੇ ਘਰ ਵਿੱਚ, ਲੜਕਾ ਲੜਕੀ ਬੜੇ ਪ੍ਰੇਮ ਨਾਲ ਬੜੇ ਆਰਾਮ ਨਾਲ ਬੈਠੇ ਹੁੰਦੇ ਨੇ। ਜਦੋਂ ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ, ਆਨੰਦ ਕਾਰਜ ਹੋ ਜਾਂਦਾ, ਫਿਰ ਕਹਿੰਦੇ ਆ ਇਹਨਾਂ ਨੂੰ ਇੱਕ ਘਰ ਚਾਹੀਦਾ ਹੈ। ਫਿਰ ਉਹਨਾਂ ਲਈ ਕਿਹਾ ਜਾਂਦਾ ਉਹਨਾਂ ਨੂੰ ਕਿ ਹੁਣ ਚਲੋ ਜੀ ਇਸ ਬੱਚੇ ਦਾ ਇਹ ਮਕਾਨ ਹੋ ਜਾਏਗਾ। ਮਾਂ ਬਾਪ ਸੋਚਦੇ ਨੇ। ਸੋ ਇਸ ਤਰ੍ਹਾਂ ਹੀ ਚੱਲਦਾ। ਸੋ ਹੁਣ ਇੰਨੀ ਕੁ ਕਮਿਊਨਿਟੀ ਬਣ ਗਈ ਹੈ
कि सानू इंडिपेंडेंट घर चाहिए सी। गुरु अमरदास जी ने देखो, गुरु अमरदास जी ने ज़मीन खरीदी, गुरु रामदास जी ने अमृतसर शहर वसाया, गुरु अर्जन देव जी ने हरमंदिर साहब की उसारी की, गुरु हरगोबिंद साहब ने अकाल तख्त साहब की उसारी। कंटिन्यूसली काम चल रहा है कंप्लीशन का। सारी कंप्लीशन एक कम्यूनिटी की किवें होनी है, वो हर गुरु ने अपने मौके सिर हिस्सा पाया। गुरु अमरदास जी ने ज़मीन खरीदी, गुरु रामदास जी ने शहर वसाया। फिर जो शहर वसाते हो, घर बनाते हो अपना, तो उस घर नूं सवारन लई, सजाउण लई इकनोमिकली इंडिपेंडेंट होना बहुत जरूरी है। जो बच्चा कमांदा नहीं, उन्होंने मकान बना के दे भी दोगे तो रोटी कित्थों खाएगा। सो गुरु रामदास जी ने सानू इकनोमिकली इंडिपेंडेंट किया। हरमंदिर साहब बाद विच बनिया, पहले सारे आले दुआले बाजार बनाए ने गुरु रामदास जी ने। बाजार चले, अमृतसर चले जाओ तो वो आले दुआले, हरमंदिर साहब के आले दुआले बाजार ने, तुसीं जाओ तुहानूं पता लग जाता है। बाजार बजाजा, असीं कुछ दिन पहले ही गए, वो रिक्शा वाला सानूं उस बजाजा जो लंघिया ना उस पासों सारिया कपड़े दी दुकानां, मैं क्या इहदा नाम जरूर बाजार बजाजा होएगा। बाजार लुहारा, मिश्री बाजार, बाजार मोचियां, हाँ गुरु बाजार। सो ये सारे बाजार वसाए जिन्ने 52 उस वेले किते सन। हाँ कुछ तो जिन्हें उत्थे आ सके सारे कित्तियां वालियां नूं गुरु साहब ने उन्हां नूं टिकाणा दिता भी इत्थे आओ, अपनी जिहड़ी तुहाडा स्किल है उस स्किल का फायदा उठाओ तो इत्थे बना के दिओ। फिर गुरु अर्जन साहब ने गुरु ग्रंथ साहब की संपादना की। हर कम्यूनिटी लिए अपना धर्म ग्रंथ होना बहुत ज़रूरी है। जिस्ट ऑफ द टीचिंग्स ऑफ द गुरुज लाइज इन गुरु ग्रंथ साहब। और सारे हिंदुस्तान का जोड़ा स्पिरिचुअल ट्रेजर सी, स्पिरिचुअल खजाना सी, वो गुरु ग्रंथ साहब विच उन्होंने भर दिता। जो 15 भगतों की बाणी, कोई महाराष्ट्र का भगत है, कोई बंगाल का भगत है, कोई कितों का है, कोई कितों का है। सो सारी स्पिरिचुअल ट्रैडिशन, स्पिरिचुअल जोड़ा ट्रेजर सी हिंदुस्तान का, वो गुरु ग्रंथ साहब दे विच भर के सानू एक अनमोल खजाना दे दिता। तो गुरु ग्रंथ साहब नूं टिकाउण लई हरमंदिर साहब बना दिता। तो फिर उस तो बाद गुरु हरगोबिंद साहब आए। सानू पता है गुरु अर्जन देव जी किवें शहीद हो गए, तो हुक्म करके गए अपने बेटे नूं, 11 साल के बेटे नूं, वीर जी राती दस रहे सी कि 11 साल का उम्र का की बच्चा हुंदा है, तो उहदे सिर ते पूरी जिम्मेवारी आ गई। तो किन्नी सक्सैसफुली उन्होंने काम किया कि उन्होंने बिल्कुल उस कम्यूनिटी नूं टोटली इंडिपेंडेंट किया। इकनोमिकली तो गुरु रामदास जी ने शुरू कर दिता, स्पिरिचुअली गुरु अर्जन देव जी ने सानू इंडिपेंडेंट कर दिता। और सानू जिहड़ा सिस्टम ऑफ जस्टिस वो गुरु हरगोबिंद साहब दे गए भी हुण होरां कोर्टां में जाण लई दौड़ नहीं। ये अकाल तख्त है, ये सच्ची सरकार है, ये सच्चा दरबार है। इत्थे आके तुहाडे सारे झगड़े खत्म होणगे। दिस इज़ द आइडियल that the Sikh community should aspire to achieve। क्योंकि आम तौर पर अजकल असीं कहते हैं भी उत्थे भी पॉलिटिक्स चल रहा, असीं यही तक खत्म करना है, उस आइडियल नूं अचीव करना है। जिहड़ा गुरु नानक साहब तो सानू एक आइडियल दे गए ने भी इस आइडियल नूं अचीव करना है। उस आइडियल नूं अचीव करदिआं कोई एज एन इंडिविजुअल इत्थे पहुंचा, कोई इत्थे पहुंचा, कोई इत्थे पहुंचा। असीं अपनी सैल्फ डिवेलपमेंट करन दी कोशिश, अपनी एवोल्यूशन विकास करन दी कोशिश करते रहना है। उस लैवल ते पहुँचण लई जिथे गुरु नानक साहब ने सानू पहुँचाउण दा इरादा कीता सी, एट इंडिविजुअल लैवल एज वैल एज एट द कम्यूनिटी लैवल। कम्यूनिटी लैवल ते जो असीं उस लैवल ते पहुँचना है, तो जदों पहुँच जावांगे तो अकाल तख्त ते कदी भी बेइंसाफी नहीं हो गई। अज भी नहीं हुंदी, वैसे कोई ऐसी गल नहीं, थोड़ियां बहुतियां ते गल्लां चलदियां रहिंदियां ने। अज भी सिख नूं अकाल तख्त साहब ते पूरा भरोसा है। अज भी जे सिख कौम नूं कोई इकट्ठा कर सकदा है तो अकाल तख्त तो आया संदेश ही इकट्ठा कर सकदा है। गुरु हरगोबिंद साहब ने 4 जंगां भी लड़ियां। आम तौर पर कहंदे ने इत्थों मोड़ आ गया, ये मोड़ नहीं आया, ये उस लड़ी विच चल रहा है। डिवेलपमेंट एवोल्यूशन हो रही है, साडी एवोल्यूशन हो रही है। गुरु साहब की एवोल्यूशन नहीं हो रही, गुरु साहब नहीं बदले। गुरु साहब वही ने जो गुरु नानक साहब ने क्या सी ना, उन्होंने अचीव करने लई ये सारियां चेंजिस सानू एक सुपरफिशियल चेंजिस दसदियां ने, पर यह साडी एवोल्यूशन हो रही है।
ਵਿਕਾਸ ਹੋ ਰਿਹਾ ਸਾਡਾ। ਤੇ ਕਿਵੇਂ ਵਿਕਾਸ ਹੋ ਰਿਹਾ? ਹੁਣ ਗੁਰੂ ਗੋਬਿੰਦ ਸਾਹਿਬ ਨੇ ਲੜਾਈਆਂ ਲੜੀਆਂ, ਹੁਣ ਲੋਕੀ ਕਹਿੰਦੇ ਨੇ ਇੱਥੋਂ ਚੇਂਜ ਹੋ ਗਿਆ, ਗੁਰੂ ਸਾਹਿਬ ਕਹਿੰਦੇ ਨਹੀਂ, ਚੇਂਜ ਨਹੀਂ ਹੋਇਆ। ਗੁਰੂ ਹਰਰਾਏ ਸਾਹਿਬ ਜੀ ਨੇ ਫਿਰ ਇੱਕ ਨਵਾਂ ਲੈਸਨ ਦਿੱਤਾ। ਕੀ ਲੈਸਨ ਦਿੱਤਾ? ਕਿ ਫੌਜ ਵੀ ਰੱਖਣੀ ਹੈ, ਤਾਕਤਵਰ ਵੀ ਹੋਣਾ, ਪਰ ਲੜਾਈ ਕਰਨੀ ਨਹੀਂ। ਲੜਾਈ ਉਦੋਂ ਕਰਨੀ ਹੈ ਜਦੋਂ ਸਾਰੇ ਵਸੀਲੇ ਨਾਕਾਮਯਾਬ ਹੋ ਜਾਣ। ਪਹਿਲੇ ਕੋਸ਼ਿਸ਼ ਕਰਨੀ ਹੈ ਕਿ ਲੜਾਈ ਨਾ ਹੋਵੇ। ਹਥਿਆਰ ਹੱਥ ਵਿੱਚ ਆ ਗਏ ਨੇ ਤੇ ਇਹਦਾ ਮਤਲਬ ਨਹੀਂ ਅਸੀਂ ਐਵੇਂ ਹੀ ਹਥਿਆਰਾਂ ਦਾ ਨਜਾਇਜ਼ ਫਾਇਦਾ ਕਰੀ ਜਾਏ, ਵੀ ਚੱਲ ਆ ਤੈਨੂੰ ਵੀ ਮਾਰ ਦਿਓ, ਇਹਦੇ ਨਾਲ ਵੀ ਲੜਾਈ ਕਰ ਲਓ, ਉਹਦੇ ਨਾਲ ਵੀ ਲੜਾਈ ਕਰੋ। ਨਹੀਂ, ਲੜਾਈ ਹੈਜ਼ ਟੂ ਬੀ ਅਵੋਇਡਡ ਐਟ ਐਨੀ ਕਾਸਟ। ਦੁਆਰਾ ਸ਼ਿਕੋ ਆਇਆ, ਔਰੰਗਜ਼ੇਬ ਦਾ ਭਰਾ, ਨਿਮਾਣਿਆਂ ਦੇ ਮਾਣ, ਸਾਡਾ ਘਰ ਸਿੱਖੀ ਦਾ ਘਰ ਨਿਮਾਣਿਆਂ ਦਾ ਮਾਣ ਹੈ। ਉਹਦਾ ਭਰਾ ਉਹਦੇ ਨਾਲ ਜ਼ਿਆਦਤੀ ਕਰ ਰਿਹਾ, ਗੱਦੀ ਦੇ ਲਈ ਆਪਣੇ ਪਿਓ ਨੂੰ ਮਾਰ ਦਿੱਤਾ ਔਰੰਗਜ਼ੇਬ ਨੇ, ਆਪਣੇ ਭਰਾ ਨੂੰ ਵੀ ਮਾਰਨ ਲਈ ਤਿਆਰ ਹੈ ਦਾਦਾ ਸ਼ਿਕੋ ਨੂੰ। ਉਹ ਬਚਦਾ ਬਚਾਉਂਦਾ ਇਹ ਗੁਰੂ ਘਰ ਵਿੱਚ ਆਇਆ ਤੇ ਗੁਰੂ ਹਰਰਾਏ ਸਾਹਿਬ ਜੀ ਨੇ ਆਪਣੀ 2200 ਸਵਾਰਾਂ ਦੀ ਫੌਜ ਦਰਿਆ ਦੇ ਪੱਤਨ ਤੇ ਖੜੀ ਕਰ ਦਿੱਤੀ ਤਾਂ ਕਿ ਔਰੰਗਜ਼ੇਬ ਕ੍ਰਾਸ ਕਰਕੇ ਉਹਨੂੰ ਮਾਰ ਨਾ ਸਕੇ। ਅਲਟੀਮੇਟਲੀ ਮਾਰਿਆ ਗਿਆ, ਪਰ ਗੁਰੂ ਸਾਹਿਬ ਨੇ ਉਹਦੇ ਤੇ ਪੂਰਾ ਉਹਨੂੰ ਜੋ ਸੁਰੱਖਿਆ ਦੇਣੀ ਬਣਦੀ ਸੀ ਉਹ ਦਿੱਤੀ, ਆਪਣੀ ਫੌਜ ਨੂੰ ਯੂਜ਼ ਕਰਕੇ। ਫਿਰ ਕਮਿਊਨਿਟੀ ਨੂੰ ਬਣਾਉਣ ਲਈ ਸਾਨੂੰ ਟੀਚਰਸ ਦੀ ਵੀ ਲੋੜ ਹੈ, ਸਾਨੂੰ ਡਾਕਟਰਸ ਦੀ ਵੀ ਲੋੜ ਹੈ, ਸਾਨੂੰ ਇੰਜੀਨੀਅਰਸ ਦੀ ਵੀ ਲੋੜ ਹੈ। ਗੁਰੂ ਹਰਰਾਏ ਸਾਹਿਬ ਜੀ ਨੇ ਇੱਕ ਚੰਗੇ ਵੈਦ ਬਣ ਕੇ ਦਿਖਾਇਆ, ਪ੍ਰੈਕਟੀਕਲੀ ਦਵਾਖਾਨਾ ਬਣਿਆ। ਦਵਾਖਾਨਾ ਜਿਹੜਾ ਬਣਿਆ ਉਹਦੇ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਦੇ ਪੁੱਤਰ ਨੂੰ ਜਦੋਂ ਬਿਮਾਰੀ ਆਉਂਦੀ ਹੈ ਤੇ ਸਾਰੇ ਹਿੰਦੁਸਤਾਨ ਵਿੱਚ ਕਿਤੋਂ ਦਵਾਈ ਨਹੀਂ ਮਿਲਦੀ। ਦਵਾਈ ਕਿੱਥੋਂ ਮਿਲਦੀ ਹੈ? ਗੁਰੂ ਹਰਰਾਏ ਸਾਹਿਬ ਜੀ ਦੇ ਸ਼ਫਾਖਾਨੇ ਵਿੱਚੋਂ। ਇਸ ਲੈਵਲ ਦਾ ਦਵਾਖਾਨਾ, ਇਸ ਹੱਦ ਦਾ ਸ਼ਫਾਖਾਨਾ ਗੁਰੂ ਹਰਰਾਏ ਸਾਹਿਬ ਜੀ ਨੇ ਬਣਾਇਆ। ਸੋ ਇਹ ਕਮਿਊਨਿਟੀ ਦੀ ਡਿਵੈਲਪਮੈਂਟ ਹੋ ਰਹੀ ਹੈ, ਕਮਿਊਨਿਟੀ ਬਣਾਈ ਜਾ ਰਹੀ ਹੈ ਜਿਹੜੀ ਹਰ ਪਾਸਿਓਂ ਕੰਪਲੀਟ ਹੈ। ਜਿਹੜਾ ਪੰਥ ਖਾਲਸਾ ਬਣਾਇਆ ਜਾ ਰਿਹਾ ਹੈ, ਉਸ ਪੰਥ ਖਾਲਸਾ ਦੀ ਜਿਹੜੀ ਐਵੋਲਿਊਸ਼ਨ ਕੀਤੀ ਜਾ ਰਹੀ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬਣਾਉਣਾ ਸ਼ੁਰੂ ਕੀਤਾ ਸੀ। ਗੁਰੂ ਹਰਰਾਏ ਸਾਹਿਬ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆ ਗਏ, ਇੱਥੇ ਉਮਰ ਦਾ ਭੇਦ ਖਤਮ ਕਰ ਦਿੱਤਾ। ਹਰ ਪਾਤਸ਼ਾਹੀ ਦੇ ਟਾਈਮ ਤੇ ਇੱਕ ਨਵੀਂ ਗੱਲ ਦੱਸੀ ਗਈ ਹੈ, ਨਵਾਂ ਲੈਸਨ ਦੱਸਿਆ ਗਿਆ। ਮਤ ਸੋਚੋ ਕਿ ਜਿਹੜਾ ਬਾਬਾ ਹੈ ਉਹਦੇ ਵਿੱਚ ਹੀ ਜੋਤ ਹੈ, ਬੱਚੇ ਵਿੱਚ ਵੀ ਜੋਤ ਹੈ। ਬੱਚਾ ਵੀ ਇੱਕ ਆਪਣੇ ਆਪ ਨੂੰ ਪੂਰੀ ਤਰ੍ਹਾਂ ਇਵੋਲਵ ਕਰ ਸਕਦਾ ਹੈ ਤੇ ਉਹਦੇ ਵਿੱਚ ਵੀ ਜੋਤ ਹੈ। ਇਹ ਰੱਬੀ ਜੋਤ ਸੀ। ਸੋ ਉਹਨਾਂ ਨੇ ਜੋ ਸੇਵਾ ਕੀਤੀ ਛੋਟੀ ਉਮਰ ਦੇ ਵਿੱਚ, ਫਿਰ ਡਿਟੇਲ ਵਿੱਚ ਗੱਲ ਹੋ ਜਾਏਗੀ। ਹੁਣ ਅਸੀਂ ਆਉਂਦੇ ਹਾਂ ਗੁਰੂ ਤੇਗ ਬਹਾਦਰ ਜੀ ਤੇ, ਜਿਹੜਾ ਮੇਨ ਸਾਡਾ ਟੌਪਿਕ ਹੈ। ਕੱਲ ਵੀ ਕੋਸ਼ਿਸ਼ ਕਰਾਂਗੀ ਮੈਂ ਕੱਲ ਜ਼ਿਆਦਾ ਕੋਸ਼ਿਸ਼ ਗੁਰੂ ਤੇਗ ਬਹਾਦਰ ਜੀ ਤੇ ਜ਼ਿਆਦਾ ਫੋਕਸ ਕਰਾਂਗੇ। ਅੱਜ ਬੈਕਗਰਾਊਂਡ ਦੱਸੀ ਜਾ ਰਹੀ ਹੈ ਕਿ ਕਿਵੇਂ ਹੌਲੀ ਹੌਲੀ ਕਮਿਊਨਿਟੀ ਦੀ ਡਿਵੈਲਪਮੈਂਟ ਹੋ ਰਹੀ ਹੈ, ਸਿੱਖ ਕੌਮ ਬਣਾਈ ਜਾ ਰਹੀ ਹੈ ਐਟ ਐਵਰੀ ਸਟੈਪ। ਸੋ ਗੁਰੂ ਤੇਗ ਬਹਾਦਰ ਜੀ 9ਵੀਂ ਪਾਤਸ਼ਾਹੀ ਕਿਹਦੇ ਬੇਟੇ ਸਨ? ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਬੇਟੇ ਸੀ। ਗੁਰੂ ਹਰਗੋਬਿੰਦ ਸਾਹਿਬ ਗੱਦੀ ਨਹੀਂ ਦੇ ਕੇ ਗਏ, ਗੁਰੂ ਹਰਗੋਬਿੰਦ ਸਾਹਿਬ ਪੋਤਰੇ ਨੂੰ ਗੱਦੀ ਦੇ ਕੇ ਗਏ। ਕਿਉਂ? ਇਹਦਾ ਜਵਾਬ ਗੁਰੂ ਹੀ ਜਾਣੇ। ਸਾਡੀ ਅਕਲ ਕਹਿੰਦੀ ਹੈ ਕਿ ਸ਼ਾਇਦ ਹਾਲੇ ਹੋਰ ਕਾਲ ਦੀ ਲੋੜ ਸੀ। ਪਹਿਲਾ ਨਾਮ ਕੀ ਸੀ ਉਹਨਾਂ ਦਾ, ਗੁਰੂ ਤੇਗ ਬਹਾਦਰ ਜੀ ਦਾ? ਵੈਸੇ ਤਿਆਗਮਲ। ਤੇ ਕਦੋਂ ਬਣ ਗਏ ਤੇਗ ਬਹਾਦਰ? ਹਾਂਜੀ, ਕਰਤਾਰਪੁਰ ਦੀ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ 13 ਸਾਲ ਦੇ ਸੀ ਤੇ ਐਸੇ ਉਹਨਾਂ ਨੇ ਤਲਵਾਰ ਦੇ ਜੌਹਰ ਦਿਖਾਏ, ਪ੍ਰਸੰਨ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਤੇ ਉਹਨਾਂ ਨੇ ਆਪਣੇ ਬੇਟੇ ਦੇ ਮੋਢਾ ਥਪਥਪਾ ਕੇ, ਮੋਢੇ ਤੇ ਥਾਪੀ ਦੇ ਕੇ, ਸ਼ਾਬਾਸ਼ ਦੇ ਕੇ ਕਿਹਾ, ਬੇਟਾ ਤੂੰ ਤਿਆਗਮਲ ਨਹੀਂ, ਤੂੰ ਤਾਂ ਗੁਰੂ ਤੇਗ ਬਹਾਦਰ ਹੈ। ਤੂੰ ਤੇਗ ਬਹਾਦਰ ਹੈ, ਨੋਟ ਗੁਰੂ ਤੋਂ ਬਾਅਦ ਵਿੱਚ ਬਣੇ। ਤੂੰ ਤਿਆਗਮਲ ਨਹੀਂ, ਤੂੰ ਤੇਗ ਬਹਾਦਰ ਹੈ। ਹੁਣ ਤਿਆਗਮਲ ਦਾ ਮੀਨਿੰਗ ਕੀ ਹੈ? ਜਿਹੜਾ ਸਭ ਕੁਝ ਤਿਆਗ ਦਿੰਦਾ, ਜਿਹਦੇ ਸੁਭਾਅ ਵਿੱਚ ਤਿਆਗਣਾ ਹੈ। ਤੇ ਤੇਗ ਬਹਾਦਰ ਦਾ ਮੀਨਿੰਗ ਕੀ ਹੈ? ਜਿਹੜਾ ਤੇਗ ਦਾ ਧਨੀ ਹੈ। ਸੋ ਇਹ ਦੋ ਕੁਆਲਿਟੀਜ਼ ਜਿਨ੍ਹਾਂ ਨੂੰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਸੰਤ ਸਿਪਾਹੀ ਦਾ ਨਾਮ ਦਿੱਤਾ।
ਇਹ ਦੋਨੋਂ ਕੁਆਲਿਟੀਜ਼ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਵਿੱਚ ਹੀ ਨਜ਼ਰ ਆ ਰਹੀਆਂ ਨੇ। ਤਿਆਗ ਕਰਨਾ ਵੀ ਤੇ ਤੇਗ ਚਲਾਣਾ ਵੀ, ਸੰਤ ਤੇ ਸਿਪਾਹੀ। ਸੋ ਗੁਰੂ ਤੇਗ ਬਹਾਦਰ ਜੀ ਸੰਤ ਸਿਪਾਹੀ ਸਨ। ਅਸੀਂ ਆਮ ਤੌਰ 'ਤੇ ਇਹ ਗੱਲ ਨਹੀਂ ਸੋਚਦੇ ਕਿ ਗੁਰੂ ਤੇਗ ਬਹਾਦਰ ਜੀ ਸੰਤ ਸਿਪਾਹੀ ਸਨ। ਅਸੀਂ ਤਾਂ ਇਹੀ ਸੋਚਦੇ ਹਾਂ ਬੜੇ ਵਿਰਕਤ ਸਨ ਜੀ, ਉਹਨਾਂ ਨੂੰ ਦੁਨੀਆ ਨਾਲ ਲੈਣ ਦੇਣ ਨਹੀਂ। ਜਦੋਂ ਅਸੀਂ ਬਹੁਤ ਵੈਰਾਗ ਦੀ ਅਵਸਥਾ ਵਿੱਚ ਹੁੰਦੇ ਹਾਂ ਤੇ ਅਸੀਂ ਕਹਿੰਦੇ ਸ਼ਲੋਕ ਮਹਲਾ 9ਵਾਂ ਪੜ੍ਹੋ ਜੀ, ਜਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹੋ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਵੈਰਾਗ ਦਾ ਅੰਸ਼ ਬਹੁਤ ਪ੍ਰਧਾਨ ਹੈ। ਹੁਣ ਇੱਕ ਬੰਦਾ ਜੰਗ ਵੀ ਇੰਨੇ ਸਕਿਲਫੁਲੀ ਲੜਦਾ ਤੇ ਵੈਰਾਗ ਵੀ ਇੰਨਾ ਜ਼ਿਆਦਾ ਹੈ। ਸਾਰੀ ਬਾਣੀ ਗੁਰੂ ਤੇਗ ਬਹਾਦਰ ਜੀ ਦੀ ਵੈਰਾਗਮਈ ਬਾਣੀ ਹੈ। ਸੋ ਗੁਰੂ ਤੇਗ ਬਹਾਦਰ ਜੀ ਕੌਮ ਨੂੰ ਤਿਆਰ ਕਰ ਰਹੇ ਨੇ ਆਉਣ ਵਾਲੇ ਸਮੇਂ ਲਈ। ਆਉਣ ਵਾਲਾ ਸਮਾਂ ਕੁਰਬਾਨੀਆਂ ਦਾ ਸਮਾਂ ਹੈ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹੋਈ, ਸਾਹਿਬਜ਼ਾਦਿਆਂ ਦੀ ਕੁਰਬਾਨੀ ਹੋਈ, ਅਣਗਿਣਤ ਸਿੰਘਾਂ ਸ਼ਹੀਦਾਂ ਦੀਆਂ, ਬੀਬੀਆਂ ਦੀ, ਸਿੰਘਾਂ ਸਿੰਘਣੀਆਂ ਦੀ ਅਣਗਿਣਤ ਸ਼ਹੀਦੀਆਂ ਹੋਈਆਂ, ਕੋਈ ਪਾਰਾਵਾਰ ਹੀ ਨਹੀਂ ਹੈ। ਜੰਗਾਂ ਦੇ ਵਿੱਚ ਵੀ ਜਦੋਂ ਅਨੰਦਪੁਰ ਸਾਹਿਬ ਛੱਡਿਆ, ਪਿੱਛੇ ਫੌਜ ਲੱਗੀ ਹੋਈ ਹੈ, ਗੁਜਰੀ ਜੀ ਅਲੱਗ ਹੋ ਗਏ ਨੇ, ਗੁਰੂ ਜੀ ਅਲੱਗ ਨੇ, ਸਾਰੇ ਸਿੰਘ ਅਲੱਗ ਨੇ, ਸਿਰਫ 40 ਕੁ ਸਿੰਘ ਨੇ ਜਦੋਂ ਗੁਰੂ ਸਾਹਿਬ ਚਮਕੌਰ ਸਾਹਿਬ ਪਹੁੰਚੇ। ਬਾਕੀ ਸਿੰਘ ਕਿੱਥੇ ਗਏ? ਸ਼ਹੀਦ ਹੋ ਗਏ। ਕੋਈ ਦਰਿਆ ਦੇ ਵਿੱਚ ਰੁੜ ਗਏ। ਦਰਿਆ ਸ਼ੁਕ ਦਾ ਦਰਿਆ ਚੜਿਆ ਹੋਇਆ ਦਰਿਆ ਹੈ। ਕੋਈ ਮੁਗਲਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਜੰਗ, ਉੱਥੇ ਸਤਸਾ ਦੇ ਕਦੇ ਤੇ ਵੀ ਕੰਢੇ ਤੇ ਵੀ ਜੰਗ ਹੋਇਆ। ਇੱਕ ਮਾਈ ਭਿੱਖਾਂ ਨਾ ਮੰਨਦੀ, ਉਹ ਪਹਿਲੀ ਸ਼ਹੀਦ ਬੀਬੀ ਹੈ, ਉਹਨੇ ਉੱਥੇ ਜੰਗ ਕੀਤੀ ਤਾਂ ਕਿ ਸਿੰਘਾਂ ਨੇ ਇੱਕ ਦੀਵਾਰ ਬਣਾ ਲਈ ਵੀ ਇੱਥੇ ਸਤਸਾ ਕੜੀ ਤੇ ਰੋਕ ਲਓ ਮੁਗਲਾਂ ਨੂੰ, ਤਾਂ ਕਿ ਗੁਰੂ ਜੀ ਸੇਫਲੀ ਸਤਸਾ ਨਦੀ ਤੋਂ ਲੰਘ ਜਾਣ। ਅਣਗਿਣਤ ਸ਼ਹੀਦੀਆਂ ਹੋਈਆਂ, ਮਤਲਬ ਇੰਨੀਆਂ ਸ਼ਹੀਦਾਂ ਹੋਈਆਂ ਕਿ ਅਸੀਂ ਨਾਮ ਹੀ ਨਹੀਂ ਗਿਣ ਹੀ ਨਹੀਂ ਸਕਦੇ, ਹੈ ਨਾ। ਅਸੀਂ ਸਿੱਧਾ ਇੱਕੋ ਹੀ ਅਰਦਾਸ ਦੇ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਗਿਣ ਨਹੀਂ ਸਕਦੇ। ਭਾਈ ਮਨੀ ਸਿੰਘ ਜੀ ਦਾ ਆਉਂਦਾ, ਜਿਨ੍ਹਾਂ ਬੰਦ ਕਟਾਏ, ਜਿਨ੍ਹਾਂ ਖੁੱਪ ਦੀਆਂ ਤਤਵਾਈਆਂ, ਪਤਾ ਨਹੀਂ ਕਿੰਨੀਆਂ ਨੇ। ਅਰਦਾਸ ਦੇ ਵਿੱਚ ਨਾਮ ਨਹੀਂ ਆਉਂਦਾ। ਭਾਈ ਮਨੀ ਸਿੰਘ ਦਾ ਨਾਮ ਵੀ ਲਿਆ ਜਾ ਸਕਦਾ ਸੀ, ਭਾਈ ਤਾਰੂ ਸਿੰਘ ਦਾ ਨਾਮ ਵੀ ਲਿਆ ਜਾ ਸਕਦਾ ਸੀ, ਪਰ ਨਹੀਂ। ਗੁਰੂ ਸਾਹਿਬ ਸਿੱਖ ਧਰਮ ਦੇ ਵਿੱਚ ਕੰਮ ਦੀ ਇੰਪੋਰਟੈਂਸ ਹੈ, ਨਾਮ ਦੀ ਇੰਪੋਰਟੈਂਸ ਨਹੀਂ। ਹੋਰ ਉਸ ਤੋਂ ਬਾਅਦ ਪਤਾ ਨਹੀਂ ਕਿੰਨਿਆਂ ਨੇ ਬੰਦ ਕਟਾ ਲਏ ਨੇ, ਪਤਾ ਨਹੀਂ ਕਿੰਨੀਆਂ ਹੀ ਮੂਵਮੈਂਟਸ ਚੱਲੀਆਂ ਨੇ ਸਿੱਖਾਂ ਦੀਆਂ, ਕਿੰਨੇ ਘੱਲੂ ਕਾਦੇ ਹੋਏ ਨੇ। ਸੋ ਕਿਹਦਾ ਨਾਮ ਲਓਗੇ? ਸਾਡੇ ਕੋਲ ਨਾਮ ਲੈਣ ਲਈ ਵੀ ਸਮਾਂ ਨਹੀਂ। ਅਸੀਂ ਕਹਿ ਦਿੱਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਬੰਦ ਕਟਾਏ, ਉਹਨਾਂ ਦੇ ਸਾਰੇ ਕੰਮਾਂ ਦੀ ਨਾਮ ਲੈ ਲਿਆ। ਸੋ ਅਣਗਿਣਤ ਸਿੰਘ ਸ਼ਹੀਦ ਹੋਏ। ਸੋ ਗੁਰੂ ਤੇਗ ਬਹਾਦਰ ਜੀ ਨੂੰ ਪਤਾ ਸੀ ਕਿ ਹੁਣ ਸਮਾਂ ਆ ਰਿਹਾ ਸ਼ਹੀਦੀਆਂ ਦਾ, ਸਮਾਂ ਆ ਰਿਹਾ ਕੁਰਬਾਨੀ ਦਾ। ਕੁਰਬਾਨੀ ਕੌਣ ਦਿੰਦਾ ਹੈ? ਕੌਣ ਦੇ ਸਕਦਾ ਹੈ ਕੁਰਬਾਨੀ? ਜਿਹਦਾ ਪਰਿਵਾਰ ਦੇ ਮੋਹ ਵਿੱਚ ਫਸਿਆ ਹੋਇਆ, ਮਾਇਆ ਦੇ ਮੋਹ ਵਿੱਚ ਫਸਿਆ ਹੋਇਆ, ਕੁਰਬਾਨੀ ਦੇ ਸਕਦਾ? ਨਹੀਂ ਦੇ ਸਕਦਾ। ਕੁਰਬਾਨੀ ਦੇਣ ਲਈ ਵੈਰਾਗ ਦੀ ਲੋੜ ਹੁੰਦੀ ਹੈ। ਬਿਨ ਵੈਰਾਗ ਨਾ ਛੂਟਸ ਮਾਇਆ, ਗੁਰਬਾਣੀ ਕਹਿੰਦੀ ਹੈ। ਮਾਇਆ ਦਾ ਮੋਹ ਨਹੀਂ ਖਤਮ ਹੁੰਦਾ ਵੈਰਾਗ ਤੋਂ ਬਿਨਾਂ। ਵੈਰਾਗ ਵਿੱਚ ਆਉਂਦੇ ਹੋ ਤੇ ਤਾਂ ਮਾਇਆ ਦਾ ਮੋਹ ਖਤਮ ਹੁੰਦਾ ਹੈ। ਮਾਇਆ ਦਾ ਮੋਹ, ਪਰਿਵਾਰ ਵੀ ਮਾਇਆ ਹੀ ਹੈ, ਪੁੱਤਰ ਕਲੱਤਰ ਧੀਆਂ ਪੁੱਤਰ ਸਾਰੇ ਮਕਾਨ, ਇਹ ਵੀ ਮਾਇਆ ਹੀ ਹੈ। ਇਹਨੂੰ ਗੁਰੂ ਦੀ ਅਮਾਨਤ ਕਰਕੇ ਪਾਲੀਏ, ਇਹਨਾਂ ਨੂੰ ਗੁਰਸਿੱਖ ਬਣਾਈਏ, ਗੁਰੂ ਨਾਲ ਜੋੜੀਏ, ਫੇਰ ਨਹੀਂ ਇਹ ਮਾਇਆ। ਜੇ ਗੁਰੂ ਦੀ ਅਮਾਨਤ ਸਮਝ ਕੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਅਮਾਨਤ ਸਮਝ ਕੇ ਬੱਚੇ ਪਾਲੇ, ਪਿਆਰ ਦਿੱਤਾ, ਪਰ ਉਹਨਾਂ ਨਾਲ ਮੋਹ ਨਹੀਂ ਪਾਇਆ। ਪਿਆਰ ਦਿੱਤਾ ਬੱਚਿਆਂ ਨੂੰ ਪਰ ਮੋਹ ਨਹੀਂ ਪਾਇਆ। ਸੋ ਬਿਨ ਬੈਰਾਗ ਨਾ ਛੂਟਸ ਮਾਇਆ। ਮਾਇਆ ਨਾਲੋਂ ਪ੍ਰੇਮ ਛੱਡਣਾ ਸਮੇਂ ਦੀ ਲੋੜ ਸੀ। ਕੁਰਬਾਨੀਆਂ ਦਾ ਸਮਾਂ ਆ ਰਿਹਾ ਸੀ, ਸ਼ਹੀਦੀਆਂ ਦਾ ਸਮਾਂ ਆ ਰਿਹਾ ਸੀ। ਕੋਈ ਮਨੁੱਖ ਉਨੀ ਦੇਰ ਤੱਕ ਕੁਰਬਾਨੀ ਨਹੀਂ ਦੇ ਸਕਦਾ, ਸ਼ਹੀਦੀ ਨਹੀਂ ਦੇ ਸਕਦਾ, ਜਿੰਨੀ ਦੇਰ ਤੱਕ ਉਹ ਪਰਿਵਾਰ ਤੇ ਮਾਇਆ ਦੇ ਮੋਹ ਵਿੱਚ ਫਸਿਆ ਹੈ। ਸਾਡੇ ਕੋਲ ਐਗਜ਼ਾਮਪਲ ਹੈ। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਜਾ ਰਹੇ ਨੇ ਤੇ ਆਪਣੇ ਉਹ ਉੱਥੇ ਮਸੰਦ ਸੀ ਗੁਲਾਬਾ,
ਗੁਲਾਬਾ ਤੇ ਪੰਜਾਬਾ ਸੁਣਿਆ ਹੋਇਆ ਤੁਸੀਂ? ਹਾਂ, ਉਹ ਮਸੰਦ ਸੀ, ਉਹਨਾਂ ਨੇ ਕਿਹਾ ਵੀ ਇਹ ਤੇ ਆਪਣੇ ਹੀ ਨੇ, ਚਲੋ ਟਿਕਾਣਾ ਮਿਲ ਜਾਏਗਾ। ਉਹਨੇ ਟਿਕਾਣਾ ਦਿੱਤਾ, ਵੀ ਗੁਰੂ ਸਾਹਿਬ ਨੂੰ ਟਿਕਾਣਾ ਦਿੱਤਾ, ਸੇਵਾ ਕੀਤੀ, ਖੁਸ਼ ਹੋਇਆ ਗੁਰੂ ਸਾਹਿਬ ਦੇ ਆਉਣ 'ਤੇ। ਪਰ ਫਿਰ ਉਹਨੂੰ ਪਤਾ ਲੱਗਿਆ ਵੀ ਉਹ ਮੁਗਲ ਫੌਜ ਨੂੰ ਤੇ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਇੱਥੇ ਟਿਕੇ ਹੋਏ ਨੇ। ਉਹਨੇ ਆਪ ਹੀ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਪਾਤਸ਼ਾਹ ਜੀ, ਸੱਚੇ ਪਾਤਸ਼ਾਹ, ਤੁਸੀਂ ਇੱਥੋਂ ਚਲੇ ਜਾਓ, ਮੇਰਾ ਤੇ ਬੱਚਾ ਘਾਣ ਪੀਸਿਆ ਜਾਏਗਾ, ਮੇਰਾ ਤੇ ਸਾਰਾ ਪਰਿਵਾਰ ਪੀਸਿਆ ਜਾਏਗਾ, ਤੁਸੀਂ ਚਲੇ ਜਾਓ। ਸੋ ਗੁਰੂ ਨਾਲ ਉਹਨੇ ਪ੍ਰੇਮ ਕੀਤਾ, ਪਰ ਮਾਇਆ ਉਹਦੇ ਕੋਲੋਂ ਨਹੀਂ ਛੱਡੀ ਗਈ, ਮੋਹ ਨਹੀਂ ਛੱਡਿਆ ਗਿਆ। ਉਹਨੇ ਗੁਰੂ ਸਾਹਿਬ ਨੂੰ ਟਿਕਾਣਾ ਨਹੀਂ ਦਿੱਤਾ। ਇਸ ਸਮੇਂ ਤੇ ਕੌਣ ਸਾਹਮਣੇ ਆਏ? ਗੰਢੀ ਖਾਂ ਤੇ ਨਬੀ ਖਾਂ। ਉਹਨਾਂ ਨੇ ਆਪਣੀ ਜਾਨ ਤਲੀ 'ਤੇ ਰੱਖ ਕੇ ਗੁਰੂ ਗੋਬਿੰਦ ਸਿੰਘ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਤੇ ਸੇਫ ਥਾਂ 'ਤੇ ਪਹੁੰਚਾਇਆ। ਸੋ ਬਿਨ ਬੈਰਾਗ ਨਾ ਛੂਟਸ ਮਾਇਆ। ਮਾਇਆ ਦਾ ਮੋਹ, ਸੰਸਾਰ ਦਾ ਮੋਹ ਵੈਰਾਗ ਤੋਂ ਬਿਨਾਂ ਨਹੀਂ ਛੁੱਟਦਾ। ਤੇ ਹੁਣ ਸਮਾਂ ਆ ਰਿਹਾ ਸੀ ਕੁਰਬਾਨੀਆਂ ਦਾ, ਇਸ ਲਈ ਵੈਰਾਗ ਵਿੱਚ ਆਉਣਾ ਬਹੁਤ ਜ਼ਰੂਰੀ ਸੀ। ਇਸ ਕਰਕੇ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਵੈਰਾਗਮਈ ਹੈ। ਇਹ ਸਿਰਫ ਮੌਤ ਸਮੇਂ ਪੜ੍ਹਨ ਵਾਲੇ ਸ਼ਬਦਾਂ ਦੀ ਬਾਣੀ ਨਹੀਂ ਹੈ, ਇਹ ਹਰ ਸਮੇਂ ਆਪਣੇ ਮਨ ਨੂੰ ਸਟਰੋਂਗ ਕਰਨ ਵਾਲੀ ਬਾਣੀ ਹੈ। ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਇੱਕ ਹੋਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਖਾਸ ਗੁਣ ਜਿਹੜਾ ਹੈ, ਉਹ ਮਨ ਨੂੰ ਐਡਰੈਸ ਕਰਦੇ। ਮਨ ਰੇ ਸਾਚਾ ਗਹੋ ਵਿਚਾਰਾ, ਰੇ ਮਨ ਰਾਮ ਸਿਉ ਕਰ ਪ੍ਰੀਤ। ਕਿਹਨੂੰ ਐਡਰੈਸ ਕੀਤਾ? ਮਨ ਨੂੰ ਐਡਰੈਸ ਕੀਤਾ ਹੈ। ਮਨ ਸਟਰੋਂਗ ਹੈ ਤੇ ਬੰਦਾ ਸਟਰੋਂਗ ਹੈ। ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ। ਮਨ ਹਾਰ ਗਿਆ ਤੇ ਅਸੀਂ ਹਾਰ ਗਏ। ਸਰੀਰਕ ਬਲ ਹੈ ਨਾ ਜਿਹੜਾ, ਉਹ ਬਹੁਤੀ ਦੇਰ ਸਾਥ ਨਹੀਂ ਨਿਭਦਾ। ਅਸੀਂ ਪੜ੍ਹਦੇ ਹਾਂ ਨਾ ਡੱਲੇ ਦੀ ਸਾਖੀ, ਪਤਾ ਡੱਲੇ ਦੀ ਸਾਖੀ ਸੁਣੀ ਹੈ? ਜਦੋਂ ਦਮਦਮਾ ਸਾਹਿਬ ਪਹੁੰਚ ਗਏ, ਮਾਛੀਵਾੜੇ ਦੇ ਜੰਗਲਾਂ, ਆਲਮਗੀਰ, ਰਾਏਕੋਟ, ਸਾਰੇ ਅਖੀਰ 'ਤੇ ਜਾ ਕੇ ਟਿਕਾਣਾ ਕੀਤਾ ਦਮਦਮਾ ਸਾਹਿਬ, ਜਿਹਨੂੰ ਗੁਰੂ ਕੀ ਕਾਸ਼ੀ ਕਿਹਾ ਗਿਆ। ਤੇ ਉੱਥੇ ਭਾਈ ਡੱਲਾ ਸੀ ਇੱਕ ਬੜਾ ਗੁਰੂ ਦਾ ਪ੍ਰੇਮੀ, ਸੇਵਾ ਕੀਤੀ ਉਹਨੇ। ਉਹਨੇ ਜਦੋਂ ਗੁਰੂ ਸਾਹਿਬ ਦੀ ਸਾਰੀ ਕਹਾਣੀ ਸੁਣੀ, ਕਿਵੇਂ ਆਨੰਦਪੁਰ ਸਾਹਿਬ ਤੋਂ ਨਿਕਲੇ, ਤੁਸੀਂ ਸੁਣੀ ਹੋਣੀ ਇਹਨਾਂ ਦਿਨਾਂ ਵਿੱਚ, ਸਾਰੀ ਬੜੀ ਵਾਰੀ ਰਿਪੀਟ ਹੋਈ ਆ। ਆਨੰਦਪੁਰ ਸਾਹਿਬ ਤੋਂ ਕਿਵੇਂ ਨਿਕਲੇ, ਕਿਵੇਂ ਸਤਸਾ ਨਦੀ ਪਾਰ ਕੀਤੀ, ਚਮਕੌਰ ਦਾ ਯੁੱਧ ਲੜਿਆ, ਮਾਛੀਵਾੜੇ ਦੇ ਜੰਗਲਾਂ ਵਿੱਚ ਪੈਰ ਨੰਗੇ ਨੇ, ਜ਼ਖਮ ਹੋਏ ਹੋਏ ਨੇ ਪੈਰਾਂ 'ਤੇ, ਪੈਰ ਸੁੱਜੇ ਹੋਏ ਨੇ, ਕੱਪੜੇ ਗਿੱਲੇ ਨੇ। ਪਤਾ ਸਾਨੂੰ, ਅਸੀਂ ਸੁਣੀਆਂ ਕਹਾਣੀਆਂ। ਜਦੋਂ ਇਹ ਕਹਾਣੀ ਸਾਰੀ ਡੱਲੇ ਨੇ ਸੁਣੀ, ਕਿਵੇਂ 2 ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ, 2 ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ, ਜਦੋਂ ਇਹ ਕਹਾਣੀ ਸੁਣੀ ਤੇ ਡੱਲੇ ਨੂੰ ਬੜਾ ਮਹਿਸੂਸ ਹੋਇਆ। ਕਹਿੰਦਾ ਗੁਰੂ ਸਾਹਿਬ ਤੁਸੀਂ ਇੰਨੇ ਦੁੱਖ ਪਾਏ, ਇੰਨੇ ਦੁੱਖ ਪਾਏ, ਤੁਸੀਂ ਮੈਨੂੰ ਯਾਦ ਕਰਦੇ ਉਸ ਵੇਲੇ। ਮੇਰੇ ਬੜੇ ਭਲਵਾਨ ਸਿੰਘ ਹੈਗੇ ਨੇ, ਹੈਂ, ਇਹਨਾਂ ਨੇ ਤੁਹਾਡਾ ਵਾਲ ਨਹੀਂ ਸੀ ਵਿੰਗਾ ਹੋਣ ਦੇਣਾ, ਤੁਸੀਂ ਮੈਨੂੰ ਕਿਉਂ ਨਹੀਂ ਯਾਦ ਕੀਤਾ? ਗੁਰੂ ਸਾਹਿਬ ਕਹਿੰਦੇ ਕੋਈ ਨਾ ਡੱਲਿਆ, ਫਿਰ ਹਾਲੇ ਮੌਕੇ ਆਣੇ ਨੇ। ਹੋਇਆ ਕਿ ਇੱਕ ਸਿੰਘ ਗੁਰੂ ਸਾਹਿਬ ਦੇ ਲਈ ਬੜੀ ਵਧੀਆ ਬੰਦੂਕ ਲੈ ਕੇ ਆਇਆ। ਗੁਰੂ ਸਾਹਿਬ ਕਹਿੰਦੇ ਬਈ ਇਹ ਬੰਦੂਕ ਟੈਸਟ ਕਰਨੀ ਆ, ਦੇਖਣਾ ਵੀ ਇਹ ਬੰਦੂਕ ਵਧੀਆ ਚੱਲਦੀ ਹੈ ਜਾਂ ਨਹੀਂ ਚੱਲਦੀ। ਡੱਲੇ ਨੂੰ ਕਿਹਾ ਭਾਈ ਡੱਲਿਆ ਲਿਆ, ਤੇਰੇ ਬੜੇ ਬਲਵਾਨ ਯੋਧੇ ਨੇ, ਲਿਆ 2 ਸਿੰਘ, ਲਿਆ ਕੋਈ ਸਿੰਘ, ਲਿਆ ਕੋਈ ਆਪਣਾ ਚੇਲਾ, ਆਪਣਾ ਬਲਵਾਨ ਯੋਧਾ, ਮੈਂ ਉਹਦੇ ਤੇ ਬੰਦੂਕ ਟੈਸਟ ਕਰਨੀ ਹੈ। ਕਿੱਥੋਂ ਕੋਈ ਆਵੇ? ਕਹਿੰਦਾ ਨਹੀਂ ਸੱਚੇ ਪਾਤਸ਼ਾਹ, ਇੱਦਾਂ ਥੋੜ੍ਹਾ ਜਾਨ ਗਵਾਉਣੀ ਹੁੰਦੀ ਆ, ਤੇ ਲੋੜ ਵੇਲੇ ਜਾਨ ਗਵਾਵਾਂਗੇ। ਕਹਿੰਦੇ ਕੋਈ ਨਾ ਭਾਈ, ਫਿਰ ਜਿੱਦਾਂ ਨਹੀਂ ਜਾਣੀ। ਫਿਰ ਉਹਨਾਂ ਨੇ ਸਿੰਘ ਨੂੰ ਆਵਾਜ਼ ਲਗਾਈ, ਉਹ ਭਾਈ ਇੱਦਾਂ ਜਿਹੜੇ ਸਿੰਘ ਬੈਠੇ ਨੇ ਆਉਣਾ ਕੋਈ, 2 ਪਿਓ ਪੁੱਤਰ ਭਾਂਡੇ ਮਾਂਜਦੇ ਨੇ ਤੇ ਦੌੜੇ ਆਏ ਨੇ, ਦੋਨੋਂ ਖੜੇ ਹੋ ਗਏ ਨੇ। ਕਹਿੰਦਾ ਮੈਂ ਖੜਾ ਹੋਣਾ ਹੈ ਕਿਉਂਕਿ ਮੈਂ ਪਹਿਲੇ ਆਵਾਜ਼ ਸੁਣੀ ਸੀ। ਦੂਜਾ ਕਹਿੰਦਾ ਨਹੀਂ ਮੈਂ ਦੌੜਿਆ ਪਹਿਲਾਂ ਉੱਥੇ ਸੀ, ਮੈਂ ਗੁਰੂ ਸਾਹਿਬ ਦੀ ਬੰਦੂਕ ਦਾ ਨਿਸ਼ਾਨਾ ਬਣਨਾ, ਮੇਰਾ ਹੱਕ ਹੈ। ਉਹ ਕਹਿੰਦਾ ਨਹੀਂ ਮੇਰਾ ਹੱਕ ਹੈ। ਗੁਰੂ ਸਾਹਿਬ ਕਹਿੰਦੇ ਤੁਸੀਂ ਦੋਨੋਂ ਅੱਗੇ ਪਿੱਛੇ ਖੜੇ ਹੋ ਜਾਓ। ਦੋਨੋਂ ਅੱਗੇ ਪਿੱਛੇ ਖੜੇ ਹੋ ਗਏ। ਗੁਰੂ ਸਾਹਿਬ ਨੇ ਨਿਸ਼ਾਨਾ ਬੰਨਿਆ, ਦੋਨਾਂ ਦੇ ਸਿਰ ਦੇ ਉੱਤੋਂ ਦੀ ਲੰਘਾ ਦਿੱਤਾ। ਗੁਰੂ ਸਾਹਿਬ ਨੇ ਕਿਹਾ ਸ਼ਹੀਦੀ ਦੇਣ ਲਈ ਇਸ ਫਿਰਤ ਦੀ ਲੋੜ ਹੈ, ਡੋਲੇ ਨਹੀਂ ਕੰਮ ਕਰਦੇ। ਇਹਨਾਂ ਦਾ ਮਨ ਹੈ ਸ਼ਹੀਦੀ ਦੇਣ ਦੇ, ਮੇਰੇ ਨਾਮ ਤੋਂ ਜਾਨ ਵਾਰਨ ਲਈ ਤਿਆਰ ਨੇ। 5 ਪਿਆਰੇ ਜਦੋਂ ਸਾਜੇ ਉਦੋਂ ਵੀ ਤਾਂ ਗੁਰੂ ਸਾਹਿਬ ਨੇ ਕੋਈ ਰੀਜ਼ਨ ਥੋੜ੍ਹਾ ਦਿੱਤਾ ਸੀ, ਕੋਈ ਰੀਜ਼ਨ ਨਹੀਂ। ਮੈਨੂੰ ਇੱਕ ਸਿਰ ਚਾਹੀਦਾ, ਪਹੁੰਚ ਗਿਆ ਸਿਰ ਦੇਣ ਵਾਲੇ।
ਜਿੰਨੀ ਦੇਰ ਤੱਕ ਇਹ ਸਪਿਰਿਟ ਨਹੀਂ ਹੈ ਮਨ ਵਿੱਚ, ਆਤਮਾ ਦੇ ਵਿੱਚ, ਆਪਣੀ ਤੁਹਾਡੀ ਸਾਈਕੀ ਦੇ ਵਿੱਚ, ਜਿੰਨੀ ਦੇਰ ਤੱਕ ਇਹ ਸਪਿਰਿਟ ਨਹੀਂ ਆਉਂਦੀ ਉਨੀ ਦੇਰ ਤੱਕ ਕੋਈ ਜੰਗ ਨਹੀਂ ਜਿੱਤਿਆ ਜਾ ਸਕਦਾ। ਸੋ ਇਸੇ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਮਨ ਨੂੰ ਐਡਰੈਸ ਕੀਤਾ ਹੈ, ਮਨ ਦੀ ਸ਼ਕਤੀ ਨੂੰ ਪਹਿਚਾਨਿਆ ਹੈ ਕਿ ਮਨ ਦੇ ਜਿੱਤਿਆ ਹੀ ਜਿੱਤਿਆ ਜਾ ਸਕਦਾ ਹੈ, ਮਨ ਹਾਰ ਗਿਆ ਤੇ ਹਾਰ ਗਏ। ਸੋ ਇਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਇੱਕ ਦੂਜਾ ਜੋ ਹੈ ਦੂਜਾ ਗੁਣ ਕਹਿ ਲਓ, ਮੈਨੂੰ ਗੁਣ ਵਰਡ ਯੂਜ਼ ਕਰਦਿਆਂ ਲੱਗਦਾ ਵੀ ਛੋਟਾ ਵਰਡ ਹੈ ਕਿ ਇੱਕ ਹੋਰ ਇਹ ਉਹਨਾਂ ਦਾ ਇੱਕ ਹੋਰ ਆਸਪੈਕਟ ਹੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ, ਕਿ ਉਹਨਾਂ ਨੇ ਵੈਰਾਗ ਪੈਦਾ ਕੀਤਾ, ਮਨ ਨੂੰ ਸਟਰੋਂਗ ਕੀਤਾ, ਤੇ ਮਨ ਨੂੰ ਸਟਰੋਂਗ ਕਰਕੇ ਉਹਨਾਂ ਨੇ ਇਸ ਕਾਬਿਲ ਬਣਾਇਆ ਕਿ ਤੁਸੀਂ ਗੁਰੂ ਦੇ ਲਈ ਕੁਰਬਾਨੀਆਂ ਦੇ ਸਕੋ। ਬੜੇ ਮਨੋਵਿਗਿਆਨੀ ਸਨ, ਮੈਂ ਇਹੀ ਕਹਿੰਦੀ ਹਾਂ, ਤੇ ਬੜੇ ਦ੍ਰਿੜ ਨਿਸ਼ਚਈ ਆਗੂ ਵੀ ਸਨ। ਕਿਸ ਤਰ੍ਹਾਂ ਦੇ ਆਗੂ ਸਨ? ਕਸ਼ਮੀਰੀ ਪੰਡਿਤ ਆਉਂਦੇ ਹਨ, ਗੁਰੂ ਤੇਗ ਬਹਾਦਰ ਜੀ ਦਰਬਾਰ ਵਿੱਚ ਬੈਠੇ ਹੋਏ ਨੇ, ਫੈਸਲਾ ਕਰਦੇ ਨੇ ਕਿ ਕੋਈ ਕੁਰਬਾਨੀ ਦੇਣ ਦੀ ਲੋੜ ਹੈ। ਜ਼ਰੂਰੀ ਤਾਂ ਨਹੀਂ ਸੀ ਕਿ ਗੁਰੂ ਹੀ ਕੁਰਬਾਨੀ ਦਿੰਦਾ। ਆਪ ਤਿਆਰ ਹੁੰਦੇ ਨੇ, ਆਗੂ ਨੇ। ਕਿਹੋ ਜਿਹੇ ਆਗੂ ਨੇ ਕਿ ਮੈਂ ਜਾਂਦਾ ਵਾਂ ਅੱਗੇ, ਅੱਗੇ ਲੱਗਣਾ। ਉਹਨਾਂ ਨੇ ਅੱਗੇ ਲੱਗ ਕੇ ਸਿਖਾਇਆ ਕਿ ਕੁਰਬਾਨੀ ਕਿਵੇਂ ਦੇਈ ਦੀ ਹੈ, ਆਪਣਾ ਸ਼ਹੀਦੀ ਕਿਵੇਂ ਪਾਈ ਦੀ ਹੈ। ਤੇ ਫਿਰ ਅਸੀਂ ਗੱਲ ਕਰ ਰਹੇ ਸੀ, ਉਹ ਸੰਤ ਸਿਪਾਹੀ ਸਨ। ਆਮ ਤੌਰ 'ਤੇ ਕਹਿੰਦੇ ਹਨ ਬਣਿਆ ਹੋਇਆ ਵਿਚਾਰ, ਔਰ ਹੈ ਵੀ ਠੀਕ ਹੈ ਵਿਚਾਰ, ਕੋਈ ਗਲਤ ਵੀ ਨਹੀਂ, ਕਿ ਗੋਬਿੰਦ ਸਿੰਘ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਵੀ ਤੁਸੀਂ ਬਕਾਲੇ ਜਾ ਕੇ ਟਿਕ ਜਾਓ। ਉੱਥੇ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੋਇਆ, ਇਸ ਯਾਦ ਵਿੱਚ ਕਿ ਉਹਨਾਂ ਨੇ 20 ਸਾਲ ਇੱਥੇ ਤਪੱਸਿਆ ਕੀਤੀ ਉਹਨਾਂ ਨੇ। ਪਰ ਉਸੇ ਹੀ ਸਮੇਂ ਦੇ ਵਿੱਚ ਹਾਲੇ ਗੁਰੂ ਨਹੀਂ ਬਣੇ ਸੀ ਕਿ ਉਹ ਪ੍ਰਚਾਰ ਦੌਰਿਆਂ 'ਤੇ ਗਏ, ਪੂਰਬ ਤੱਕ ਗਏ, ਜਿੱਥੇ ਜਿੱਥੇ ਗੁਰੂ ਨਾਨਕ, ਪੂਰਬ ਅਸਾਮ, ਢਾਕਾ ਜਿਹੜਾ ਬੰਗਲਾਦੇਸ਼ ਵਿੱਚ ਹੈ, ਉੱਥੇ ਪਹਿਲੀ ਵਾਰੀ ਗੁਰੂ ਨਾਨਕ ਦੇਵ ਜੀ ਗਏ ਸੀ। ਉਸ ਤੋਂ ਬਾਅਦ ਇਸੇ ਏਰੀਏ ਵਿੱਚ ਰਹਿ ਕੇ ਸਾਰੇ ਗੁਰੂਆਂ ਨੇ ਸਿੱਖ ਕੌਮ ਨੂੰ ਉਭਾਰਨ ਦੇ ਵਿੱਚ, ਉਹਨੂੰ ਅੱਛੀ ਤਰ੍ਹਾਂ ਐਸਟੈਬਲਿਸ਼ ਕਰਨ ਦੇ ਵਿੱਚ ਪੂਰਾ ਯੋਗਦਾਨ ਪਾਇਆ, ਤੇ ਉਹ ਚਲੇ ਗਏ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਗਏ, ਜਿਹੜੇ ਉਸ ਏਰੀਏ ਦੇ ਵਿੱਚ ਗਏ। ਜਦੋਂ ਗੁਰੂ ਹਰਰਾਏ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਹਨ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਣਦੇ ਹਨ ਗੁਰੂ, ਉਹ ਦਿੱਲੀ ਜਾਂਦੇ ਹਨ। ਉਸ ਵੇਲੇ ਗੁਰੂ ਤੇਗ ਬਹਾਦਰ ਜੀ ਵਾਪਸ ਆ ਰਹੇ ਸਨ ਅਸਾਮ ਦੇ ਦੌਰੇ ਤੋਂ, ਤੇ ਦਿੱਲੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਮਿਲੇ। ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਦੌਰਾ ਕੀਤਾ, ਪੰਜਾਬ ਦੇ ਸਾਰੇ ਮਾਲਵਾ ਤੇ ਬੰਗਲਾਦੇਸ਼ ਦੇ ਏਰੀਏ ਦੇ ਵਿੱਚ ਪ੍ਰਚਾਰ ਦੌਰੇ ਉਹਨਾਂ ਨੇ ਕੀਤੇ, ਸਿੱਖੀ ਦਾ ਸੁਨੇਹਾ ਥਾਂ ਥਾਂ ਤੇ ਪਹੁੰਚਾਉਣ ਲਈ। ਤੇ ਜਿੱਥੇ ਜਿੱਥੇ ਗਏ ਉੱਥੇ ਕੀਤਾ ਕਿ ਉਹਨਾਂ ਨੇ ਸਿੱਖੀ ਦਾ ਸੁਨੇਹਾ ਤੇ ਪਹੁੰਚਾਇਆ ਹੀ। ਪਾਣੀ ਦੀ ਲੋੜ ਨੂੰ ਦੂਰ ਕੀਤਾ, ਦਰਖਤ ਲਗਵਾਏ, ਬਾਗ ਲਗਵਾਏ, ਠੀਕ ਹੈ। ਉਹ ਕਿਸ ਲਈ? ਹਵਾ ਤੇ ਪਾਣੀ ਬਿਨਾਂ ਜ਼ਿੰਦਗੀ ਨਹੀਂ ਹੈ। ਹਵਾ ਲਈ ਦਰਖਤ ਤੇ ਪਾਣੀ ਲਈ ਬੌਲੀਆਂ ਖੁਦਵਾਈਆਂ, ਖੂਹ ਖੁਦਵਾਏ ਜਿੱਥੇ ਜਿੱਥੇ ਗਏ। ਸੋ ਉਹਨਾਂ ਨੇ ਬੜੇ ਪ੍ਰਚਾਰ ਦੌਰੇ ਕੀਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ। ਇਹ ਵੀ ਸਿੱਖ ਕਮਿਊਨਿਟੀ ਨੂੰ ਪੂਰੀ ਤਰ੍ਹਾਂ ਡਿਵੈਲਪ ਕਰਨ ਦਾ ਇੱਕ, ਤੇ ਕੰਸੋਲੀਡੇਟ, ਸਾਰੀ ਸਿੱਖ ਪਾਵਰ ਨੂੰ ਕੰਸੋਲੀਡੇਟ ਕਰਨ ਦਾ ਤਰੀਕਾ ਕੀ ਸੀ ਕਿ ਸਾਰੀ ਥਾਂ ਥਾਂ ਤੇ ਜਾ ਕੇ ਅਸਾਮ ਤੱਕ ਗਏ। ਵੀ ਕਿਤੇ ਬੜੇ ਗੁਰੂ ਨਾਨਕ ਸਾਹਿਬ ਗਏ ਸੀ, ਉਸ ਤੋਂ ਬਾਅਦ ਕੋਈ ਗੁਰੂ ਨਹੀਂ ਗਏ, ਤੇ ਉਹਨਾਂ ਨੂੰ ਦੁਬਾਰਾ ਮੁੜ ਜੋੜਿਆ ਜਾਏ। ਸਾਨੂੰ, ਅਸੀਂ ਹਿਊਮਨ ਬੀਇੰਗਸ ਨਾ ਬੜੇ ਵੀਕ ਹੁੰਦੇ ਹਾਂ, ਹੈ ਨਾ, ਬਾਈ ਨੇਚਰ। ਵੀਰ ਜੀ ਇਸ ਵੇਲੇ ਦੱਸ ਰਹੇ ਸੀ ਵੀ ਸੰਗਤ ਦੀ ਕਿਉਂ ਲੋੜ ਹੈ, ਇਕੱਲੇ ਅਸੀਂ ਢਿੱਲੇ ਪੈ ਜਾਂਦੇ ਹਾਂ। ਸੰਗਤ ਐਸੀ ਹੋ ਜਿਹੜੀ ਉਠਾ ਦੇਵੇ, ਭਾਈ ਤੂੰ ਕਿਉਂ ਢਿੱਲਾ ਪੈ ਗਿਆ, ਉੱਠ ਆ ਜਾ, ਹਾਂ ਉੱਠ। ਅੱਜ ਸਵੇਰੇ ਵੀ ਉਠਾਇਆ, ਢਿੱਲੇ ਪਏ ਹਾਂ ਤੇ ਤੁਹਾਨੂੰ ਉਠਾਉਣ ਵਾਲੇ ਪਹੁੰਚ ਗਏ ਨਾ। ਸੋ ਇਹ ਸੰਗਤ ਬਹੁਤ ਜ਼ਰੂਰੀ ਹੈ। ਸੋ ਥਾਂ ਥਾਂ 'ਤੇ ਗੁਰੂ ਤੇਗ ਬਹਾਦਰ ਜੀ ਨੇ ਸੰਗਤਾਂ ਬਣਾਈਆਂ, ਥਾਂ ਥਾਂ 'ਤੇ ਗਏ, ਪ੍ਰਚਾਰ ਦੌਰੇ ਕੀਤੇ। ਮੇਰੇ ਕੋਲ ਘੜੀ ਨਹੀਂ ਹੈ ਜੀ, ਜਦੋਂ ਟਾਈਮ ਹੋਏ ਤਾਂ ਪਲੀਜ਼ ਮੈਨੂੰ ਦੱਸ ਦੇਣਾ ਕਿ ਮਾਈ ਟਾਈਮ ਇਜ਼ ਓਵਰ, ਮੈਂ ਉੱਥੇ ਹੀ ਬੰਦ ਕਰ ਦਿਆਂਗੀ। ਸੋ ਗੁਰੂ ਤੇਗ ਬਹਾਦਰ ਜੀ ਨੇ ਪ੍ਰਚਾਰ ਦੌਰੇ ਕੀਤੇ, ਮਨ ਨੂੰ ਐਡਰੈਸ ਕੀਤਾ, ਔਰ
ਵੈਰਾਗ ਦੀ ਭਾਵਨਾ ਪੈਦਾ ਕੀਤੀ ਤੇ ਫਿਰ ਕੁਰਬਾਨੀ ਦੇ ਕੇ ਇੱਕ ਨਵਾਂ ਸੰਦੇਸ਼ ਦਿੱਤਾ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। The first human rights activist, I must say। ਸਾਰੇ ਸੰਸਾਰ ਵਿੱਚ ਹਿਊਮਨ ਰਾਈਟਸ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਨਾ ਉਸ ਵੇਲੇ। ਅਸੀਂ ਹਿਊਮਨ ਬੀਇੰਗ ਸੀ, ਸਾਨੂੰ ਕੌਣ ਬੰਦਾ ਮੰਨ ਰਿਹਾ ਸੀ? ਜਾਨਵਰਾਂ ਨਾਲੋਂ ਵੀ ਮਾੜੇ ਸਾਂ ਅਸੀਂ, ਤਾਂ ਗੰਡੋਇਆਂ ਵਰਗੇ ਸੀ ਜਿਹੜੇ ਗੋਡੀ ਕਰਦਿਆਂ ਅਨੇਕਾਂ ਅਨੇਕਾਂ ਕਤਲ ਹੋ ਜਾਣ ਅਤੇ ਕਿਸੇ ਨੂੰ ਤਕਲੀਫ ਵੀ ਨਾ ਹੋਵੇ। ਸਾਡੀ ਹਾਲਤ ਤਾਂ ਇਹ ਸੀ। ਸੋ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਇਸ ਪਾਸੇ ਲਗਾਇਆ ਕਿ ਹੁਣ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤਰਧਾਰੀ ਤੇ ਕਰ ਹੀ ਗਏ ਸਨ, ਜੰਗਾਂ ਵੀ ਲੜ ਗਏ ਸੀ ਅਤੇ ਹੁਣ ਕੁਰਬਾਨੀਆਂ ਦਾ ਸਮਾਂ ਆ ਰਿਹਾ। ਜੰਗਾਂ ਵਿੱਚ ਵੀ ਕੁਰਬਾਨੀਆਂ ਹੁੰਦੀਆਂ ਨੇ ਅਤੇ ਉਂਝ ਵੀ ਕੁਰਬਾਨੀਆਂ ਦੇਣ ਦਾ ਸਮਾਂ ਆ ਰਿਹਾ। ਸੋ ਕੁਰਬਾਨੀ ਦੇਣ ਲਈ ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਮੌਕਾ ਚੁਣਿਆ? ਕਿਸੇ ਦੂਜੇ ਧਰਮ ਦੇ ਜਿਹੜੇ ਲੋਕ ਸਨ ਉਹਨਾਂ ਦਾ ਆਪਣਾ ਧਰਮ ਕਮਾਉਣ ਦਾ ਹੱਕ ਉਹਨਾਂ ਨੂੰ ਲੈ ਕੇ ਦੇਣ ਲਈ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ। ਹੁਣ ਅੱਜ ਬੜਾ ਪੰਜਾਬ ਦੇ ਵਿੱਚ ਬੜੀ ਗੱਲ ਚੱਲ ਰਹੀ, ਬੜੇ ਕ੍ਰਿਸਚਨ ਕਨਵਰਟ ਹੋ ਰਹੇ ਨੇ, ਬੜੇ ਸਿੱਖ ਨੇ ਜਿਹੜੇ ਦੇ ਆਰ ਕਨਵਰਟਿੰਗ ਟੂ ਕ੍ਰਿਸਚੈਨਿਟੀ, ਬੜੀਆਂ ਗੱਲਾਂ ਹੋ ਰਹੀਆਂ ਨੇ ਅਤੇ ਬੜਾ ਫਿਰ ਕਹਿੰਦਾ ਜੀ ਸਿੱਖ ਕਿਉਂ ਨਹੀਂ ਬਣ ਰਹੇ, ਇਹ ਹੈ ਵੋ ਹੈ। ਠੀਕ ਹੈ, ਸਾਡੇ ਵਿੱਚ ਕਮੀਆਂ ਹੈਗੀਆਂ ਨੇ ਬਹੁਤ, ਅਸੀਂ ਉਹ ਸੇਵਾ ਨਹੀਂ ਕਰ ਸਕੇ ਜੋ ਕ੍ਰਿਸਚਨ ਕਰ ਲੈਂਦੇ ਹਨ। ਸੇਵਾ ਦਾ ਗੁਣ ਉਹਨਾਂ ਕੋਲੋਂ ਸਿੱਖਣ ਦੀ ਲੋੜ ਹੈ ਸਾਨੂੰ। ਅਸੀਂ ਆਪਣੀਆਂ ਕਮੀਆਂ ਨੂੰ ਸਮਝਦੇ ਹੋਏ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਤਾਂ ਕਰਨੀ ਹੈ, ਪਰ ਨਾਲ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗੀ ਕਿ ਸਿੱਖ ਕੌਮ ਨੇ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਸੇ ਨੂੰ ਕਨਵਰਟ ਕਰਨ ਲਈ। ਕ੍ਰਿਸਚਨ ਨੇ ਜਿਹੜੇ ਲਾਲਚ ਦਿੰਦੇ ਨੇ ਤੁਸੀਂ ਕ੍ਰਿਸਚਨ ਬਣ ਜਾਓ, ਤੁਹਾਨੂੰ ਇਹ ਚੀਜ਼ ਮਿਲੇਗੀ, ਪਰ ਸਿੱਖ ਬੇਲਾਗ ਹੋ ਕੇ ਕੀ ਕਹਿੰਦੇ ਨੇ ਨਿਸ਼ਕਾਮ ਸੇਵਾ ਕਰਦੇ ਨੇ, ਇਸ ਖਿਆਲ ਨਾਲ ਨਹੀਂ ਕਿ ਕਨਵਰਟ। ਹਾਂ, ਜੇ ਕੋਈ ਕਨਵਰਟ ਹੋ ਜਾਵੇ ਖੁਸ਼ ਹੁੰਦੇ ਨੇ। ਖੁਸ਼ ਇਸ ਲਈ ਹੁੰਦੇ ਆ ਵੀ ਸੱਚੇ ਗੁਰੂ ਦੇ ਲੜ ਲੱਗ ਗਏ ਨੇ, ਹੁਣ ਇਹਨਾਂ ਦਾ ਵੀ ਨਿਸਤਾਰਾ ਹੋ ਜਾਏਗਾ। ਸਮਾਜ ਵਿੱਚ ਇੱਕ ਹੋਰ ਚੰਗਾ ਇਨਸਾਨ ਬਣ ਗਿਆ ਜਿਹੜਾ ਸੈਲਫਲੈਸ ਹੋ ਕੇ ਕੰਮ ਕਰਦੇ ਆ, ਜਿਹੜਾ ਨਿਸ਼ਕਾਮ ਹੋ ਕੇ ਕੰਮ ਕਰਦੇ ਆ। ਸੋ ਅਸੀਂ ਖੁਸ਼ ਹੁੰਦੇ ਹਾਂ ਜਦੋਂ ਕੋਈ ਸਿੱਖ ਬਣ ਜਾਏ, ਪਰ ਅਸੀਂ ਲੋਕਾਂ ਨੂੰ ਸਿੱਖ ਬਣਾਉਣ ਲਈ ਸਪੈਸ਼ਲ ਐਫਰਟ ਨਹੀਂ ਕਰਦੇ, ਅਸੀਂ ਕੋਈ ਲਾਲਚ ਨਹੀਂ ਦਿੰਦੇ। ਅਤੇ ਆਮ ਬੰਦਾ ਜਿਹੜਾ ਕਮਜ਼ੋਰ ਬੰਦਾ ਨਾ ਉਹ ਲਾਲਚ ਵਿੱਚ ਆ ਜਾਂਦਾ ਹੈ। ਸੋ ਇਸ ਲਈ ਸਾਨੂੰ ਕਈ ਵਾਰੀ ਪਿੱਛੇ ਜਿਹੇ ਇੱਕ ਮੀਟਿੰਗ ਬੁਲਾਈ ਕਿਸੇ ਸੰਸਥਾ ਨੇ ਜੀ, ਕੁਛ ਕਰੀਏ। ਸਾਰੇ ਜਿਹੜੇ ਸਿੱਖ ਨੇ ਬੜੇ ਸਿੱਖ ਨੇ, ਮੈਂ ਆਪ YouTube 'ਤੇ ਦੇਖਿਆ। ਉਹਨਾਂ ਦੀ ਇੱਕ ਲੇਡੀ ਗੁਰਪ੍ਰੀਤ ਕੌਰ, ਕੋਈ ਡਾਕਟਰ ਹੈ, ਪਤਾ ਨਹੀਂ PhD ਡਾਕਟਰ ਹੈ ਜਾਂ MBBS ਡਾਕਟਰ ਹੈ, ਉਹ ਉਹਨਾਂ ਦੀ ਪਾਸਟਰ ਬਣੀ ਹੋਈ ਹੈ, ਉਹਨਾਂ ਦੀ ਲੀਡਰ ਬਣੀ ਹੋਈ ਹੈ। ਇੱਕ ਸਿੱਖ ਬੀਬੀ, ਅਣਗਿਣਤ ਬਣੇ ਹੋਏ ਨੇ ਸਿੱਖ। ਹੁਣ ਗੁਰੂ ਦਾ ਰਸਤਾ ਛੱਡ ਕੇ ਅਤੇ ਉਸ ਪਾਸੇ ਜਾਣ ਦੀ ਉਹਨਾਂ ਨੂੰ ਕਿਉਂ ਲੋੜ ਪੈ ਗਈ? ਕਮਜ਼ੋਰ ਮੰਨਦੇ ਨੇ, ਲਾਲਚ ਵਿੱਚ ਆ ਜਾਂਦੇ ਨੇ, ਉਹ ਥੋੜ੍ਹੇ ਜਿਹੇ ਦਾ ਫਾਇਦਾ ਦੇਖਦੇ ਨੇ। ਉਹ ਆਪਣੀ ਆਤਮਾ ਨੂੰ ਅੱਗੇ ਲਿਜਾਣ ਦੀ ਇੱਕ ਜੋ ਸਾਨੂੰ ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਕੀਤਾ, ਉਹ ਨਿਰਭਉ ਮਨੁੱਖ ਦੀ ਜਿਹੜੀ ਜਿਉਣ ਦਾ ਸਵਾਦ ਹੁੰਦਾ ਉਹਨਾਂ ਨੇ ਚਖਿਆ ਹੀ ਨਹੀਂ। ਉਹਨਾਂ ਨੂੰ ਪਤਾ ਹੀ ਨਹੀਂ ਕਿ ਨਿਰਭਉ ਹੋ ਕੇ ਸਵੈ ਮਾਨ ਨਾਲ ਜਿਉਣਾ ਕੀ ਹੁੰਦਾ ਹੈ। ਅਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਸਿਖਾਇਆ ਹੀ ਹੈ। ਆਮ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਸ਼ਹੀਦੀਆਂ ਦਿਆਨੀਆਂ ਸਿਖਾਇਆ, ਮਰਨਾ ਸਿਖਾਇਆ, ਹੈ ਨਾ। ਜੋ ਤੋ ਪ੍ਰੇਮ ਖਿਲਨ ਕਿਆ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤਾਂ ਮੈਰ ਪੈਰ ਧਰੀਜੈ ਸਿਰ ਦੀਜੈ ਕੰਨ ਨਾ ਕੀਜੈ, ਵੀ ਸਾਨੂੰ ਮਰਨਾ ਸਿਖਾਇਆ। ਮੈਂ ਕਹਿੰਦੀ ਹਾਂ ਕੇਵਲ ਮਰਨਾ ਨਹੀਂ ਸਿਖਾਇਆ, ਗੁਰੂ ਸਾਹਿਬ ਨੇ ਸਾਨੂੰ ਜਿਉਣਾ ਸਿਖਾਇਆ। ਜਿਉਣ, ਚੰਗੀ ਤਰ੍ਹਾਂ ਜਿਉਣ ਲਈ ਜੇ ਮਰਨ ਦੀ ਵੀ ਲੋੜ ਪੈ ਜਾਏ ਤਾਂ ਕੋਈ ਡਰ ਨਹੀਂ, ਪਰ ਏਮ ਕੀ ਹੈ? ਜਿਉਣਾ ਕਿਵੇਂ ਹੈ? ਗੁਰੂ ਸਾਹਿਬ ਨੇ ਸਾਨੂੰ ਜਿਉਣਾ ਸਿਖਾਇਆ, ਕਿਵੇਂ ਸੈਲਫ ਰਿਸਪੈਕਟ ਦੇ ਨਾਲ ਜਿਉਣਾ ਹੈ। ਹਜ਼ਾਰਾਂ ਸਾਲ ਇੰਡੀਆ ਗੁਲਾਮ ਰਿਹਾ, 700 ਸਮਥਿੰਗ ਵਿੱਚ ਆਇਆ ਮੁਹੰਮਦ ਗੌਰੀ ਅਤੇ ਇਹ ਉਹ ਆਉਣੇ ਸ਼ੁਰੂ ਹੋ ਗਏ ਸੀ, ਅਤੇ 1700 ਤੱਕ ਮੁਗਲ ਰਾਜ ਹੀ ਰਿਹਾ, 1000 ਸਾਲ ਮੁਗਲ ਰਾਜ ਰਿਹਾ, ਮੁਸਲਮਾਨਾਂ ਦਾ ਹੀ ਰਾਜ ਰਿਹਾ। ਕੀ ਕਿਸੇ ਨੇ ਸੋਚਿਆ ਕਿ ਅਸੀਂ ਗੁਲਾਮੀ ਤੋਂ ਛੁਟਕਾਰਾ ਪਾਈਏ? ਅਫਸੋਸ ਦੀ ਗੱਲ ਹੈ, ਜਦੋਂ ਅਸੀਂ ਸੋਚਿਆ ਵੀ ਨਾ। ਹੁਣ ਹਿੰਦੁਸਤਾਨ ਦੀ, ਮੈਂ ਫਰੀडम ਮੂਵਮੈਂਟ 'ਤੇ ਆ ਰਹੀ ਹਾਂ, ਜਦੋਂ ਹਿੰਦੁਸਤਾਨ ਦੇ ਲੋਕਾਂ ਨੇ ਸੋਚਿਆ ਵੀ ਨਾ ਕਿ ਅਸੀਂ ਆਜ਼ਾਦ ਹੋਈਏ,
ਤੇ ਉਹਨਾਂ ਨੇ ਪੂਰਨ ਸਵਰਾਜ ਨਹੀਂ ਸੀ ਮੰਗਿਆ। ਜੇ ਤੁਹਾਨੂੰ ਪਤਾ ਹੋਵੇ, ਪੰਡਿਤ ਨਹਿਰੂ, ਮਹਾਤਮਾ ਗਾਂਧੀ ਨੇ ਪੂਰਨ ਸਵਰਾਜ ਨਹੀਂ ਸੀ ਮੰਗਿਆ। ਉਹਨਾਂ ਨੇ ਕਿਹਾ ਸੀ ਸਾਨੂੰ ਡੋਮੀਨੀਅਨ ਸਟੇਟਸ ਦੇ ਦਿਓ, ਬਈ ਇੱਥੋਂ ਤੁਸੀਂ ਚਲੇ ਜਾਓ, ਇਹ ਤੁਹਾਡੀ ਦੀ ਕਲੋਨੀ ਰਹੇਗੀ, ਪਰ ਇੱਥੋਂ ਦਾ ਰਾਜ ਸਾਨੂੰ ਸੰਭਾਲ ਲੈਣ ਦਿਓ, ਅਸੀਂ ਤੁਹਾਡੇ ਅੰਡਰ ਰਵਾਂਗੇ। ਇਹ ਕੇਵਲ ਖਾਲਸਾ ਹੀ ਸੀ ਜਿਨ੍ਹਾਂ ਨੇ ਡਿਕਲੇਅਰ ਕੀਤਾ ਕਿ ਨਹੀਂ, ਸਾਨੂੰ ਪੂਰਨ ਸਵਰਾਜ ਚਾਹੀਦਾ। ਫਿਰ ਉਹ ਇੰਨੀ ਕੁ ਆਵਾਜ਼ ਉੱਠ ਗਈ ਕਿ ਦੇ ਹੈਡ ਟੂ ਡਿਕਲੇਅਰ ਕਿ ਪੂਰਨ ਸਵਰਾਜ ਚਾਹੀਦਾ। ਸੋ ਹਿੰਦੁਸਤਾਨ ਦੇ ਲੋਕਾਂ ਨੂੰ ਆਜ਼ਾਦ ਹੋਣ ਦਾ ਖਿਆਲ ਹੀ ਨਹੀਂ ਆਇਆ, ਕਿਉਂਕਿ ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਸਵੈਮਾਨ ਦੇ ਨਾਲ ਕਿਵੇਂ ਜਿਉਣਾ। ਤੇ ਗੁਰੂ ਸਾਹਿਬਾਨ ਦੀ ਇਹੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਸਾਨੂੰ ਸਵੈਮਾਨ ਦੇ ਨਾਲ ਜੀਣਾ ਸਿਖਾਇਆ। ਕਿਵੇਂ ਸਵੈਮਾਨ ਰੱਖਣਾ ਹੈ, ਕਿਵੇਂ ਡਰ ਮਿਟਾਉਣਾ ਹੈ, ਉਹਦੇ ਲਈ ਉਹਨਾਂ ਨੇ ਸਾਨੂੰ ਸਿੱਧਾ ਅਕਾਲ ਪੁਰਖ ਨਾਲ ਜੋੜ ਦਿੱਤਾ। ਨਿਰਭਉ ਜਪੈ ਸਗਲ ਭਉ ਮਿਟੇ। ਇੱਕ ਅਕਾਲ ਪੁਰਖ ਨਾਲ ਜੁੜ ਜਾਓ, ਨਿਰਭਉ ਨੂੰ ਜਪੋਗੇ, ਤੁਹਾਡੇ ਸਾਰੇ ਡਰ ਦੂਰ ਹੋ ਜਾਣਗੇ। ਸਾਨੂੰ 9 ਸਾਲ ਪਹਿਲੇ ਗੁਰੂ ਸਾਹਿਬਾਨ ਨੇ ਇੱਕ ਅਕਾਲ ਪੁਰਖ ਨਾਲ ਜੋੜਿਆ। ਇਹ ਦੇਵੀ ਦੇਵਤੇ ਸਨ, ਪਹਿਲੇ ਰੂਲ ਕਰਦੇ ਸੀ, ਉਹਨਾਂ ਨੇ ਕੀ ਨਿਰਭਉ ਕਰਨਾ ਸੀ? ਤੇ ਆਪ ਇੱਕ ਦੂਜੇ ਨਾਲ ਲੜੀ ਜਾਂਦੇ ਸੀ। ਉਹ ਤੇ ਆਪ ਹੀ 5 ਵਿਕਾਰਾਂ ਤੋਂ ਮੁਕਤ ਨਹੀਂ ਹੋਏ ਸੀ ਦੇਵੀ ਦੇਵਤੇ, ਤੇ ਉਹਨਾਂ ਨੇ ਸਾਨੂੰ ਕੀ 5 ਵਿਕਾਰਾਂ ਤੋਂ ਮੁਕਤ ਕਰਨਾ ਸੀ। ਸੋ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਹੈ, ਉਹਨੇ ਦੇਵੀ ਦੇਵਤਿਆਂ ਨੂੰ ਜਿਹੜੇ 5 ਵਿਕਾਰਾਂ ਵਿੱਚ ਫਸੇ ਹੋਏ ਸਨ, ਈਰਸ਼ਾ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੁਸੀਂ ਜਿੰਨੀਆਂ ਮਾਈਥੋਲੋਜੀ ਦੀਆਂ ਸਟੋਰੀਜ਼ ਪੜ੍ਹ ਲਓ, ਸਾਰੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਉਹ ਗਲਤ ਨਜ਼ਰ ਆਉਂਦੇ ਨੇ। ਉਹਨਾਂ ਨੂੰ ਖਤਮ ਕਰਕੇ ਸਾਨੂੰ ਇੱਕ ਅਕਾਲ ਪੁਰਖ ਨਾਲ ਜੋੜ ਦਿੱਤਾ। ਸਾਰਾ ਭੇਤ ਸਿੱਖ ਕੌਮ ਦੀ ਵਡਿਆਈ ਦਾ ਇੱਥੇ ਹੈ ਕਿ ਅਸੀਂ ਇੱਕ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਹਾਂ, ਉਸ ਨਿਰਭਉ ਦੇ ਨਾਲ ਜੁੜੇ ਹੋਏ ਹਾਂ। ਤੇ ਨਿਰਭਉ ਜਪੈ ਸਗਲ ਭਉ ਮਿਟੇ, ਸਾਡੇ ਸਾਰੇ ਡਰ ਮਿਟਾ ਕੇ ਸਾਨੂੰ ਇੱਕ ਐਸਾ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ, ਇੱਕ ਐਸੀ ਜੀਵਨ ਜਾਂਚ ਦੱਸੀ ਜਿੱਥੇ ਅਸੀਂ ਇਕਨੋਮਿਕਲੀ ਵੀ ਇੰਡੀਪੈਂਡੈਂਟ ਹੋਏ, ਪੋਲੀਟੀਕਲੀ ਵੀ ਇੰਡੀਪੈਂਡੈਂਟ ਹੋਏ, ਇਮੋਸ਼ਨਲੀ ਵੀ ਇੰਡੀਪੈਂਡੈਂਟ ਹੋਏ। ਆਪਣੇ ਕਿਵੇਂ ਸਹਿਜ ਵਿੱਚ ਜੀਣਾ ਹੈ, ਇਮੋਸ਼ਨਸ ਦੇ ਗੁਲਾਮ ਨਹੀਂ ਬਣਨਾ, ਕਿਵੇਂ ਸਹਿਜ ਦਾ ਜੀਵਨ ਕਿਵੇਂ ਜਿਉਣਾ ਹੈ, ਇਹ ਗੁਰੂ ਸਾਹਿਬ ਨੇ ਸਾਨੂੰ ਦੱਸਿਆ। ਇਸ ਦੇ ਵਿੱਚ ਹੀ ਸਿੱਖ ਕੌਮ ਦੀ ਵਿਲੱਖਣਤਾ ਹੈ। ਹੋਈਆਂ ਗਲਤੀਆਂ ਦੀ ਖਿਮਾ ਕਰਨੀ। ਮੈਂ ਦੇਖ ਰਹੀ ਹਾਂ ਸਮਾਂ ਹੋ ਗਿਆ ਹੈ। ਹੋਈਆਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।